पंकज बंदन पाद पंकज बंदन सिमरो अंगद दोख निकंदन अमरदास गुर हृदय त्यावो हृदय त्यावो। श्री गुरु रामदास गुण गावो। श्री अर्जुन विघ्नन के नाशक विघ्नन के नाशक हर गोबिंद शुभ सुमत प्रकाशिक। श्री हर राय नमो कर जोरी नमो कर जोरी। गुरु हर कृष्ण मनाय बहोरी। तेग बहादुर परम कृपाला जी परम कृपाला। श्री गुरु गोबिंद सिंह विशाला। तरो तरा तर पुन पुन शीस जी पुन पुन शीस। बंदो हूँ बार बार जगदीश। जिसमें अमृत ज्ञान है मानक भगत वैराग। श्री गुरु ग्रंथ साहिब उदद बंदो कर अनुराग। एक ओंकारा सतगुरु तेह प्रसाद सच होय। वाहिगुरु जी की फतेह। विघ्न विनाशन सोय। वाहिगुरु जी की फतेह। विघ्न विनाशन सोय। जिन मोह लक्षण जथा पितामा हते शस्त्र कालियो संग्रामा। दिल्ली पत सगरे जग शाहू पाए पराजय पै उर्माहू। परम सन्मान योग चवर छत्र तखत दे मालिक ਜ਼ਾਹਰਾ ਜ਼ਹੂਰ ਹਾਜ਼ਰਾ ਹਜੂਰ ਸਤਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਉਪਸਥਿਤ ਹੋਏ ਗੁਰੂ ਸਵਾਰੇ, ਗੁਰੂ ਪਿਆਰੇ ਸਤ ਸੰਗੀ ਜਨੋ, ਆਓ ਮਹਾਰਾਜ ਜੀ ਕੀ ਬਖਸ਼ਿਸ਼ ਨਾਲ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਆਰੰਭਤਾ ਕਰੀਏ। गुरु इतिहास की लड़ीवार कथा जो सतगुरु जी के पावन पवित्र स्थानों ते आप रोजाना सरवण करते हो। चलती आ रही लड़ी तहत कुछ समा महाराज जी के जीवन वृतांतां गुरु इतिहास नाल जुड़न का यतन करते हाँ। आओ सब तो पहला महाराज जी तो आसीस लईए, रसना पवित्र करिए, गुरु फतेह नाल सांझ पाओ। फतेह प्रवानो जी। वाहिगुरु जी का खालसा वाहिगुरु जी की फतेह। कल ने दीवाना अंदर जिथे संपन्नता हुई सतगुरु गुरु गोबिंद सिंह साहब जी महाराज परिवार सहित माता नानकी जी, माता गुजर कौर जी संग लखनौर तो श्री आनंदपुर साहब वाल नूं चलदे हन। रास्ते दे अंदर बेअंत सिख संगतां महाराज जी के दर्शन पाउंदियां हन। ਵੱਖ-ਵੱਖ नगरां तो लंघदियां होइयां महाराज जी का अत्यंत सन्मान हुंदा है। बेअंत भेटावां संगतां दर्शनी भेटा रूप दे अंदर महाराज के चरनां विच रखदियां हन। जदों महाराज जी के पावन ਸਰੂਪ ਦੇ ਕੋਈ ਦਰਸ਼ਨ ਪਾਉਂਦਾ ਹੈ ਤੇ ਯਾਦ ਆ ਜਾਂਦੀ ਹੈ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀ।
क्योंकि वैसा ही सूरत वैसी मूरत, शीस उपर कलगी, तन दे उपर शस्त्र सजे ਹਨ, ਹੱਥ ਉਪਰ ਬਾਜ ਹੈ, ਘੋੜੇ ਉਪਰ ਸਵਾਰ ਨੇ। ਮੁਖ ਦੀ ਨੁਹਾਰ, ਮੁਖ ਦੀ ਨੁਹਾਰ ਪਾਵਨ ਸਰੂਪ ਇਤਨਾ ਪ੍ਰਭਾਵਸ਼ਾਲੀ ਹੈ ਕਿ ਹਰ ਕੋਈ ਦੇਖਣ ਵਾਲਾ ਜਿਹੜਾ ਹੈ ਉਸ ਦਾ ਦਿਲ ਮੋਹਿਆ ਜਾਂਦਾ ਹੈ। ਸੋ ਬਾਤ ਕਰ ਰਹੇ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਜਿਨ੍ਹਾਂ ਦੇ ਲੱਛਣ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵਰਗੇ ਹਨ, ਜਿਨ੍ਹਾਂ ਨੇ ਆਪਣੇ ਸਮੇਂ ਅੰਦਰ ਸ਼ਸਤਰ ਪਹਿਨ ਕਰਕੇ ਤੇ ਯੁੱਧ ਮਚਾਏ ਸਨ, ਤੁਰਕਾਂ ਦੀਆਂ ਫੌਜਾਂ ਦੇ ਨਾਸ਼ ਕੀਤੇ ਸਨ। ਉਸੇ ਤਰ੍ਹਾਂ ਹੀ ਹੁਣ ਦਸਵੇਂ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹਨ। ਆਪਰਨ ਕੀ ਗਿਣਤੀ ਕੋ ਕਹੈ, ਆਪਰਨ ਕੀ, ਹੋਰਨਾਂ ਦੀ ਗਿਣਤੀ ਨੂੰ ਅਸੀਂ ਕੀ ਕਰੀਏ ਜੀ। ਵੱਡੋ ਬਹਾਦਰ ਸਭ ਨਰ ਲਹੈ, ਕਿਉਂਕਿ ਵੱਡੇ ਬਹਾਦਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ, ਕਿਉਂਕਿ ਉਹਨਾਂ ਤੋਂ ਵੱਡਾ ਕੋਈ ਸੂਰਮਾ ਨਹੀਂ ਗਿਣਿਆ ਜਾ ਸਕਦਾ ਸੰਸਾਰ ਵਿੱਚ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ, ਮਹਾਰਾਜ ਇਤਨੇ ਵੱਡੇ ਸੂਰਮੇ ਸਨ, ਦਲ ਭੰਜਨ ਗੁਰ ਸੂਰਮੇ, ਵੱਡ ਯੋਧਾ ਬੋ ਪਰਉਪਕਾਰੀ। ਅੱਜ ਉਸ ਸੂਰਮੇ ਦਾਦੇ ਦੇ ਅੱਗੇ ਵੱਡੇ ਯੋਧੇ ਸੂਰਮੇ ਪੋਤਰੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ। ਤਿਨ ਸਮ ਕ੍ਰਾਂਤੀ ਇਨੂ ਕੀ ਹੇਰੀ, ਉਸੇ ਤਰ੍ਹਾਂ ਹੀ ਸੰਗਤ ਜਿਸ ਵਕਤ ਦਰਸ਼ਨ ਕਰ ਰਹੀ ਹੈ ਤੇ ਆਪਣੇ ਮੁਖ ਤੋਂ ਕਹਿ ਰਹੀ ਸੀ ਕਿ ਜੋ ਬਚਨਾਂ ਦੀ ਬਖਸ਼ਿਸ਼, ਜੋ ਮਹਾਰਾਜ ਜੀ ਕੇ ਅੰਦਰ ਕਿਰਪਾ ਸੀ, ਉਸੇ ਤਰ੍ਹਾਂ ਹੀ ਅੱਜ ਫਿਰ ਦਰਸ਼ਨ ਹੋ ਰਹੇ ਹਨ। ਬਾਲ ਆਰ ਬੁਲਾ ਵਿਖੈ ਵਡੇਰੀ, ਕਿਉਂਕਿ ਅਜੇ ਤੱਕ ਉਮਰ ਭਾਵਾਂ ਕਿ ਛੋਟੀ ਹੈ, ਅਵਸਥਾ ਬਾਲਿਆ ਅਵਸਥਾ ਕਹੀ ਜਾ ਸਕਦੀ ਹੈ, ਸਰੀਰ ਦੀ ਉਮਰ ਛੋਟੀ ਹੈ, ਲੇਕਿਨ ਮਤ ਦੀਰਘ ਹੈ, ਮਤ ਬਹੁਤ ਵੱਡੀ ਬਖਸ਼ਿਸ਼ ਵਾਲੀ ਹੈ। ਬਾਲ ਆਰ ਬੁਲਾ ਵਿਖੈ ਵਡੇਰੀ, ਛੋਟੀ ਉਮਰ ਦੇ ਵਿੱਚ ਬਹੁਤ ਦੀਰਘ ਮਤ, ਬਹੁਤ ਵੱਡੀ ਮਤ ਹੋਣਾ ਜੀ। ਇਤ ਆਦਿਕ ਮਗ ਕੇ ਪੁਰ ਗ੍ਰਾਮੋ, ਇਸ ਵਿਧਨਾ ਜਿਸ ਰਸਤੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਸਵਾਰੀ ਜਾ ਰਹੀ ਹੈ, ਰਾਹ ਵਿੱਚ ਜਿਤਨੇ ਵੀ ਨਗਰ ਪੈਂਦੇ ਹਨ, ਉਹਨਾਂ ਨਗਰਾਂ 'ਚੋਂ ਬੇਅੰਤ ਸੰਗਤਾਂ ਨੇ ਰਾਸਤਿਆਂ ਤੇ ਨਿਕਲ ਕਰਕੇ ਮਹਾਰਾਜ ਜੀ ਕੇ ਦਰਸ਼ਨ ਪਾਏ ਹਨ। ਹੇਰ ਹੇਰ ਹਰ ਖੈ ਅਬ ਰਾਮੂ, ਜਿਵੇਂ ਜਿਵੇਂ ਕੋਈ ਮਹਾਰਾਜ ਜੀ ਕਾ ਪਾਵਨ ਦੀਦਾਰ ਪਾਉਂਦਾ ਹੈ, ਮਹਾਰਾਜ ਜੀ ਕੇ ਦਰਸ਼ਨ ਪਾ ਕਰਕੇ ਬਹੁਤ ਹਰ ਕੋਈ ਪ੍ਰਸੰਨ ਹੋਇਆ ਹੈ। ਉਲੰਗ ਗਏ ਰੋ ਪਰਪੁਰ ਚਾਲਤ, ਸਹਿਜੇ ਸਹਿਜੇ ਮਹਾਰਾਜ ਜੀ ਕੀ ਸਵਾਰੀ ਨਗਰਾਂ ਦੇ ਅੰਦਰੋਂ ਲੰਘਦੀ ਹੋਈ ਰੋਪੜ ਤੋਂ ਅੱਗੇ ਲੰਘੇ ਹਨ। ਸਨੇ ਸਨੇ ਮਜਲਾ ਲਪ ਡਾਲਤ, ਸਨੇ ਸਨੇ ਸਹਿਜੇ ਸਹਿਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਜਾ ਰਹੇ ਹਨ, ਛੋਟੀਆਂ ਛੋਟੀਆਂ ਮੰਜ਼ਲਾਂ ਕਰਦੇ ਹੋਏ, ਮੰਜ਼ਲਾਂ ਤੋਂ ਭਾਵ ਇੱਕ ਨਗਰ ਤੋਂ ਦੂਜੇ ਨਗਰ ਫਿਰ ਰੁਕਣਾ ਪੈ ਜਾਂਦਾ, ਕਿਉਂਕਿ ਸੰਗਤਾਂ ਦਰਸ਼ਨ ਕਰਨ ਆ ਜਾਂਦੀਆਂ ਨੇ। ਫਿਰ ਉਸ ਨਗਰ ਤੋਂ ਚੱਲ ਕੇ ਹੋਰ 2-4 ਕੋਹ ਤੇ ਕੋਈ ਨਗਰ ਆ ਜਾਂਦਾ, ਫਿਰ ਉੱਥੇ ਰੁਕਣਾ ਪੈ ਜਾਂਦਾ, ਕਿਉਂਕਿ ਉੱਥੇ ਵੀ ਸੰਗਤ ਦਰਸ਼ਨ ਕਰਨ ਆ ਜਾਂਦੀ ਹੈ। ਸੋ ਬੇਅੰਤ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਰੁਕਦੇ ਹਨ, ਨਿੱਕੀਆਂ ਨਿੱਕੀਆਂ ਮੰਜ਼ਲਾਂ ਮਾਰਦੇ ਹੋਏ ਅਖੀਰ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਹਨ। ਪ੍ਰਥਮ ਗਈ ਸੁਧ ਕੀਰਤਪੁਰ ਮੈਂ, ਪ੍ਰਥਮ ਮਹਾਰਾਜ ਜੀ ਰੋਪੜ ਲੰਘ ਕੇ ਤੇ ਅੱਗੇ ਕੀਰਤਪੁਰ ਗਏ ਹਨ, ਤੇ ਇੱਥੇ ਜਾ ਜਿਸ ਵਕਤ ਮਹਾਰਾਜ ਪਹੁੰਚਦੇ ਹਨ, ਇਹਦਾ ਜਿਹੜਾ ਸੁਨੇਹਾ ਹੈ ਉਹ ਪਹਿਲੇ ਪਹੁੰਚ ਚੁੱਕਾ ਹੈ ਜੀ। ਸੁਨਤ ਪ੍ਰਮੋਦ ਨਰ ਨਰ ਉਰਮੈ, ਤੇ ਕੀਰਤਪੁਰ ਵਾਸੀ ਸੰਗਤਾਂ ਨੇ ਜਿਸ ਵਕਤ ਮਹਾਰਾਜ ਜੀ ਕਾ ਆਗਮਨ ਸੁਨਿਆ ਹੈ, ਬਹੁਤ ਪ੍ਰਸੰਨ ਹੋਏ। ਨਰ ਨਾਰੀ ਸਭ ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਕੀ ਆਉਣ ਦੀ ਖੁਸ਼ੀ ਵਿੱਚ ਪ੍ਰਸੰਨ ਹੈ ਜੀ। ਸੂਰਜ ਮਲ ਕੇ ਪੋਤਰੇ ਦੋਏ, ਅੱਗੇ ਬਾਬਾ ਸੂਰਜਮਲ ਜੀ ਦੇ ਜਿਹੜੇ ਪੋਤਰੇ ਹਨ ਉਹ ਵੀ ਕੀਰਤਪੁਰ ਹੀ ਰਹਿੰਦੇ ਹਨ, ਤੇ ਸੂਰਜਮਲ ਬਾਬਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਹੀ ਸੁਪੁੱਤਰ ਸਨ, ਜੋ ਕਿ ਆਪ ਹੁਣ ਸਰੀਰ ਛੱਡ ਚੁੱਕੇ ਨੇ। ਅੱਗੇ ਉਹਨਾਂ ਦੇ ਕੁਲ ਦੇ ਅੰਦਰੋਂ 2 ਪੋਤਰੇ ਜੜੇ ਹਨ, ਉਹ ਵੀ ਇੱਥੇ ਹੀ ਵਸਦੇ ਹਨ। ਨਿਕਸੇ ਲੈਨ ਅਗਾਊ ਹੋਏ, ਜਿਸ ਵਕਤ ਉਹਨਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਨੰਦਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ ਹਨ, ਸੋ ਬਾਬਾ ਸੂਰਜਮਲ ਜੀ ਦੇ ਜਿਹੜੇ 2 ਪੋਤਰੇ ਹਨ ਉਹ ਮਹਾਰਾਜ ਜੀਆਂ ਨੂੰ ਲੈਣ ਦੇ ਲਈ ਅੱਗੋਂ ਆਏ ਸਨ। ਗਨੀ ਗਰੀਬ ਅਪਰ ਨਰ ਸਾਰੇ, ਤੇ ਹੋਰ ਵੀ ਜਿਤਨੇ ਕੀਰਤਪੁਰ ਨਗਰ ਦੇ ਵਿੱਚ ਵਸਦੇ ਹਨ, ਕਿਉਂਕਿ ਕੀਰਤਪੁਰ ਮਹਾਰਾਜ ਜੀ ਕਾ ਹੀ ਵਸਾਇਆ ਹੋਇਆ ਨਗਰ ਹੈ।
ਬੇਅੰਤ ਭਾਵਨਾ ਵਾਲੇ ਸਿੱਖੇ ਸਥਾਨ ਤੇ ਵਸਦੇ ਸਨ। ਸੋ ਜਿਸ ਵਕਤ ਪਤਾ ਲੱਗਾ ਕਿ ਲਾਲ ਗੋਬਿੰਦ ਰਾਏ ਜੀ ਆ ਰਹੇ ਹਨ, ਥੋੜ੍ਹੀ ਦੂਰੀ ਤੇ ਰਹਿ ਗਏ ਹਨ, ਨਗਰ ਵਿੱਚ ਪਹੁੰਚਣ ਵਾਲੇ ਹਨ, ਫਿਰ ਅੱਗੋਂ ਲੈਣ ਦੇ ਲਈ ਸਾਰੇ ਕੀਰਤਪੁਰ ਦੀ ਸੰਗਤ, ਗਣੀ ਗਰੀਬ ਸਗਨ ਨਰ ਸਾਰੇ ਇਕੱਤਰ ਹੋ ਕਰਕੇ ਮਹਾਰਾਜ ਜੀ ਕੋ ਲੈਣ ਆਏ ਹਨ। ਨਿਕਸੇ ਸੰਗ ਜੁਗਮ ਪਰਵਾਰੇ, ਸਾਰੇ ਆਪਣੇ ਆਪਣੇ ਪਰਿਵਾਰਾਂ ਸਹਿਤ ਇਕੱਤਰ ਹੋ ਕਰਕੇ ਇੱਕ ਵੱਡੀ ਸੰਗਤ ਦੇ ਇਕੱਠ ਦੇ ਰੂਪ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਨਗਰ ਦੇ ਬਾਹਰ ਹੀ ਸਵਾਗਤ ਨਾਲ ਲੈਣ ਆਏ ਹਨ। ਵਹਿਰ ਦੂਰ ਆਏ ਹਿਤ ਆਦਰ, ਅਜੇ ਮਹਾਰਾਜ ਜੀ ਕੀ ਸਵਾਰੀ ਜਿਹੜੀ ਹੈ ਨਾ, ਉਹ ਕੁਝ ਨਗਰ ਤੋਂ ਦੂਰੀ ਤੇ ਸੀ। ਉਸ ਤੋਂ ਪਹਿਲੇ ਹੀ ਸਗਰੀ ਕੀਰਤਪੁਰ ਸੰਗਤ ਜਿਤਨੀ ਵੀ ਹੈ, ਨਾਲ ਬਾਬਾ ਸੂਰਜਮਲ ਜੀ ਦਾ ਪਰਿਵਾਰ, ਉਹਨਾਂ ਦੇ ਪੋਤਰੇ ਆਦਿਕ ਸਭ ਕੋਈ ਇਕੱਤਰ ਹੋ ਕਰਕੇ ਮਹਾਰਾਜ ਜੀ ਕੇ ਸਨਮਾਨ ਸਹਿਤ ਅੱਗੋਂ ਆਏ ਹਨ। ਲਖ ਨੰਦਨ ਸ੍ਰੀ ਤੇਗ ਬਹਾਦਰ, ਕਿਉਂਕਿ ਦਰਸ਼ਨ ਪਾਉਣਾ ਚਾਹੁੰਦੇ ਹਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਹੜੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੁਪੁੱਤਰ ਹਨ। ਬੰਦਨ ਕਰੀ ਸਰਬ ਹੀ ਮਿਲੇ, ਫਿਰ ਜਿਸ ਵਕਤ ਮਹਾਰਾਜ ਜੀ ਕੀ ਸਵਾਰੀ ਦੇ ਪਾਸ ਪਹੁੰਚਦੇ ਹਨ, ਅੱਗੋਂ ਆ ਕਰਕੇ ਸਤਿਕਾਰ ਵਜੋਂ ਮਹਾਰਾਜ ਜੀ ਕੇ ਦਰਸ਼ਨ ਪਾਉਂਦੇ ਹਨ, ਪਾਸ ਆਉਂਦੇ ਹਨ, ਬੰਦਨ ਕਰਕੇ ਮਹਾਰਾਜ ਜੀ ਕੋ ਮਿਲਦੇ ਹਨ। ਕੁਸ਼ਲ ਪ੍ਰਸੰਨ ਕਰ ਦੋਇ ਦਿਸ ਭਲੇ, ਫਿਰ ਮਿਲਣੋਂ ਉਪਰੰਤ ਮਹਾਰਾਜ ਜੀਆਂ ਨੇ ਵੀ ਸੁਖ ਸਾਂਦ ਆਦਿਕ ਪੁੱਛੀ ਹੈ। ਇਧਰੋਂ ਬਾਬਾ ਸੂਰਜਮਲ ਕੇ ਪਰਿਵਾਰ ਅੰਦਰੋਂ ਜਿਹੜੇ ਪੁਰਖ ਆਏ ਹਨ, ਜਾਂ ਨਗਰ ਦੇ ਹੋਰ ਜਿਹੜੇ ਮਨੁੱਖ ਆਏ ਹਨ, ਮਹਾਰਾਜ ਜੀਆਂ ਨੂੰ ਮਿਲ ਕਰਕੇ, ਮਾਤਾ ਜੀਆਂ ਨੂੰ ਮਿਲ ਕਰਕੇ ਸੁਖ ਸਾਂਦ ਆਦਿਕ ਪੁੱਛਦੇ ਹਨ। ਕਹਿਤ ਬਤਕ ਅੰਤਰ ਲੈ ਗਏ, ਇਸ ਵਿਧ ਬਾਤਾਂ ਕਰਦੇ ਹੋਏ ਜਿਹੜਾ ਸ਼ੇਸ਼ ਸਫ਼ਰ ਬਚਿਆ ਹੈ, ਉਹ ਵੀ ਮਹਾਰਾਜ ਨੇ ਤੈਅ ਕਰ ਲਿਆ। ਫਿਰ ਬੜੇ ਆਦਰ ਸਹਿਤ ਨਗਰ ਦੇ ਅੰਦਰ ਲੈ ਆਏ ਹਨ। ਡੇਰਾ ਕਰਨ ਉਤਾਰਨ ਭਏ, ਫਿਰ ਨਗਰ ਦੇ ਵਿੱਚ ਪਵਿੱਤਰ ਸਥਾਨ ਤੇ ਡੇਰਾ ਕੀਤਾ ਗਿਆ, ਜਿੱਥੇ ਮਹਾਰਾਜ ਜੀ ਕੇ ਗੁਰਦੁਆਰੇ ਹਨ, ਜਿੱਥੇ ਮਹਾਰਾਜ ਕੇ ਮਹਿਲ ਹਨ। ਸੋ ਇਸ ਸਥਾਨ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਤਾ ਜੀ ਕੇ ਸਾਥ ਪਹੁੰਚ ਚੁੱਕੇ ਹਨ। ਸੁੰਦਰ ਸਦਨ ਸਿਧਾਰ ਪਰਵੇਸ਼ੇ, ਬਹੁਤ ਸੁੰਦਰ ਸਥਾਨ, ਜਿਸ ਸਥਾਨ ਤੇ ਮਹਾਰਾਜ ਜੀ ਦਾ ਡੇਰਾ ਕਰਵਾਇਆ ਗਿਆ, ਸੋਹਣੇ ਘਰ ਬਣੇ ਹੋਏ ਹਨ। ਮਹਾਰਾਜ ਇਹਨਾਂ ਘਰਾਂ ਦੇ ਅੰਦਰ ਆਪਣੇ ਮੁਬਾਰਕ ਚਰਨ ਪਾਉਂਦੇ ਹਨ। ਦਸਿਓ ਪ੍ਰਿਅੰਕ ਪੀਠ ਬੈਸੇ, ਸਨਮਾਨ ਵਜੋਂ, ਆਦਰ ਵਜੋਂ ਪਹਿਲਾਂ ਹੀ ਗੁਰੂ ਕੇ ਪਰਿਵਾਰ ਬਾਬਾ ਸੂਰਜਮਲ ਜੀ ਕੇ ਵੰਸ਼ ਅੰਦਰੋਂ ਤੇ ਹੋਰ ਬੇਅੰਤ ਸੰਗਤਾਂ ਨੇ ਮਹਾਰਾਜ ਜੀ ਕੀ ਆਮਦ ਦੀ ਖੁਸ਼ੀ ਦੇ ਅੰਦਰ ਬਹੁਤ ਸੋਹਣੇ ਪਲੰਗ ਜਿਹੜੇ ਸਨ ਤਿਆਰ ਕਰਵਾ ਕੇ ਤੇ ਉੱਪਰ ਮਹਾਰਾਜ ਜੀਓ ਕਾ ਆਸਨ ਲਵਾਇਆ ਹੈ। ਸਤਿਗੁਰ ਪੂਜਨ ਲਗੇ ਤਦਾਈ, ਫਿਰ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੋ ਕਿ ਕੀਰਤਪੁਰ ਪਹੁੰਚ ਗਏ ਹਨ, ਆਪਣੇ ਪਾਵਨ ਮੁਖ ਤੋਂ ਕੁਝ ਸਵਾਲ ਪੁੱਛਦੇ ਹਨ। ਦੇਹੋ ਆਪਣੇ ਨਾਮ ਬਤਾਈ, ਮਹਾਰਾਜ ਕਹਿਣ ਲੱਗੇ ਕਿ ਦੇਖੋ ਭਾਈ, ਹੁਣ ਆਪ ਜੀਆਂ ਨੇ ਸਾਡੇ ਦਰਸ਼ਨ ਪਾ ਲਏ, ਹੁਣ ਕਿਰਪਾ ਕਰਕੇ ਆਪਣੇ ਨਾਵਾਂ ਤੋਂ ਵੀ ਸਾਨੂੰ ਜਾਣੂ ਕਰਵਾ ਦਿਓ, ਕਿਉਂਕਿ ਸਤਿਗੁਰੂ ਪਹਿਲੀ ਦਫਾ ਇਸ ਨਗਰ ਅੰਦਰ ਆਏ ਹਨ। ਸੋ ਹੁਣ ਕਿਰਪਾ ਕਰਕੇ ਆਪਣੇ ਆਪ ਦੇ ਨਾਵਾਂ ਤੋਂ ਆਪ ਹੀ ਆਪੇ ਸਾਨੂੰ ਜਾਣੂ ਕਰਵਾ ਦੇਵੋ ਜੀ। ਹਮ ਸਮ ਬਾਲ ਬੈਸ ਮਿਲ ਖੇਲੇ, ਕਿਉਂਕਿ ਅਜੇ ਸਾਡੀ ਵੀ ਆਯੂ ਕੁਝ ਛੋਟੀ ਹੈ, ਸਾਡੀ ਉਮਰ ਵੀ ਥੋੜੀ ਹੈ, ਤੇ ਇਧਰ ਜਿਹੜੇ ਬਾਬਾ ਸੂਰਜਮਲ ਜੀ ਦੇ ਪੋਤਰੇ ਹਨ, ਉਹਨਾਂ ਦੀ ਆਯੂ ਵੀ ਕੁਝ ਛੋਟੀ ਹੈ, ਕਿਉਂਕਿ ਬਾਬਾ ਸੂਰਜਮਲ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਵੱਡੇ ਭਰਾਤਾ ਜੀ ਹਨ। ਸੋ ਇਸ ਵਿਧ ਮਹਾਰਾਜ ਕਹਿਣਗੇ ਤੇ ਸਾਡੇ ਉਮਰ ਦੇ ਹੀ ਹਾਣੀ ਹਨ। ਸੋ ਇਸ ਕਰਕੇ ਆਪ ਕਿਰਪਾ ਕਰਕੇ ਸਾਨੂੰ ਨਾਮ ਦੱਸਣਾ ਕਰੋ। ਰਾਖੈ ਨਿਕਟ ਮੇਲ ਨਿਜ ਮੇਲੇ, ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਬੜੇ ਸਨਮਾਨ ਸਹਿਤ ਪਾਸ ਬਿਠਾ ਕਰਕੇ ਇਹ ਬਾਤਾਂ ਕੀਤੀਆਂ ਹਨ। ਸੁਨਤ ਮੇਵੜੇ ਸਿੱਧਤ ਬਿਤਾਏ, ਫਿਰ ਜਿਹੜੇ ਮਹਾਰਾਜ ਜੀ ਕੇ ਪਾਸ ਮੇਵੜੇ ਸੇਵਕ ਸਿੱਖ ਸਨ, ਉਹਨਾਂ ਨੇ ਫਿਰ ਬੜੀ ਸ਼ਿੱਦਤ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਸਭ ਦਾ ਨਾਮ ਜਿਹੜਾ ਹੈ ਆਪਣੇ ਮੁਖ ਤੋਂ ਦੱਸਣਾ ਕੀਤਾ। ਸ੍ਰੀ ਸੂਰਜ ਮਲ ਤੁਮਰੇ ਤਾਏ, ਕਹਿਣ ਲੱਗੇ ਮਹਾਰਾਜ ਪ੍ਰਥਮ ਤੇ ਬਾਬਾ ਸੂਰਜਮਲ ਜੀ ਜੋ ਕਿ ਰਿਸ਼ਤੇ ਵਿੱਚ ਤੁਹਾਡੇ ਤਾਇਆ ਜੀ ਲੱਗਦੇ ਸਨ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਗ੍ਰਹਿ ਵਿਖੇ 5 ਸੁਪੁੱਤਰ ਤੇ 1 ਸੁਪੁੱਤਰੀ 6 ਬੱਚੇ ਸਨ, ਜਿਹਦੇ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਸਾਹਿਬ ਜੀ, ਉਸ ਤੋਂ ਛੋਟੇ ਸਨ ਬਾਬਾ ਸੂਰਜਮਲ ਜੀ।
ਉਸ ਤੋਂ ਛੋਟੇ ਸਨ ਬਾਬਾ ਅਣੀ ਰਾਏ ਜੀ, ਉਸ ਤੋਂ ਛੋਟੇ ਬਾਬਾ ਅਟਲ ਰਾਏ ਜੀ, ਤੇ ਸਭ ਤੋਂ ਛੋਟੇ ਸਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਇੱਕ ਸੁਪੁੱਤਰੀ ਬੀਬੀ ਵੀਰੋ ਜੀ। ਹੁਣ ਬਾਬਾ ਸੂਰਜਮਲ ਜੀ ਜੋ ਕਿ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਤੋਂ ਅਸੀਸ ਲੈ ਕਰਕੇ ਇਸੇ ਧਰਤੀ ਤੇ ਵਸਦੇ ਰਹੇ, ਮਹਾਰਾਜ ਨੇ ਉਹਨਾਂ ਨੂੰ ਆਪਣਾ 5 ਪੁੱਤਕ ਸਰੀਰ ਤਿਆਗਣ ਲੱਗਿਆਂ ਸੀਸ ਦਿੱਤੀ ਸੀ ਕਿ ਜਿਸ ਵੇ ਤੁਸੀਂ ਸਾਡੀ ਸੇਵਾ ਕਰਦੇ ਹੋ, ਤੁਹਾਡੇ ਘਰ ਅੰਦਰ ਸਿੱਖੀ ਇਸੇ ਤਰ੍ਹਾਂ ਬਣੀ ਰਹੇਗੀ, ਗੁਰੂ ਕਿਰਪਾ ਵਰਤੇਗੀ। ਸੋ ਹੁਣ ਬੜਾ ਸਮਾਂ ਪਾ ਕਰਕੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕੇ ਪੁੱਤਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਏ ਹਨ। ਇੱਧਰ ਬਾਬਾ ਸੂਰਜਮਲ ਜੀ ਕੇ ਜਿਹੜੇ ਹੁਣ ਪੋਤਰੇ ਹੋ ਚੁੱਕੇ ਨੇ। ਇੱਥੇ ਥੋੜਾ ਜਿਹਾ ਵਕਫਾ ਤਾਂ ਹੈ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਗ੍ਰਹਿ ਵਿਖੇ ਬੜਾ ਲੰਬਾ ਸਮਾਂ ਬਤੀਤ ਹੋਣ ਤੋਂ ਬਾਅਦ ਸੁਪੁੱਤਰ ਦੀ ਆਮਦ ਹੋਈ ਸੀ। ਸੋ ਬਾਬਾ ਸੂਰਜਮਲ ਜਿਨ੍ਹਾਂ ਦਾ ਆਨੰਦ ਕਾਰਜ ਬਹੁਤ ਪਹਿਲਾਂ ਹੋ ਚੁੱਕਾ ਸੀ, ਉਹਨਾਂ ਦੇ ਪੁੱਤਰ ਵੀ ਕੁਝ ਵਡੇਰੀ ਉਮਰ ਦੇ ਸਨ। ਸੋ ਇਸ ਵੇਲੇ ਹੁਣ ਜਿਹੜੇ ਮੇਵੜੇ ਹਨ ਉਹ ਦੱਸ ਰਹੇ ਹਨ ਕਿ ਪ੍ਰਥਮ ਤੇ ਜਿਸ ਗ੍ਰਹਿ ਵਿਖੇ ਆਏ ਹਾਂ ਇਹ ਗ੍ਰਹਿ ਤੁਹਾਡੇ ਤਾਇਆ ਜੀ ਬਾਬਾ ਸੂਰਜਮਲ ਜੀ ਹੋਰਾਂ ਦੇ ਪਰਿਵਾਰ ਦਾ ਹੈ ਜੀ। ਤਿਨਕੇ ਦੋ ਪੋਤਰੇ ਸੁਭ ਇਹੀ। ਤੇ ਹੁਣ ਜਿਹੜੇ ਆਪ ਜੀ ਕੇ ਪਾਸ ਵਿਰਾਜੇ ਹਨ 2 ਪੋਤਰੇ ਬਾਬਾ ਸੂਰਜਮਲ ਜੀ ਕੇ ਹੀ ਹਨ। ਗਏ ਅਬੈ ਬਖੰਡ ਤਜ ਦੇਹੀ। ਬਾਬਾ ਸੂਰਜਮਲ ਜੀ ਜਿਹੜੇ ਹਨ ਉਹ ਅਜੇ ਥੋੜਾ ਹੀ ਸਮਾਂ ਹੋਇਆ ਹੈ, ਇਹ ਸਰੀਰ ਤਿਆਗ ਕਰਕੇ 5 ਪੁੱਤਕ ਸਰੀਰ ਦੇਹੀ ਤਿਆਗ ਸੰਸਾਰ ਤੋਂ ਭਿਆਨਾ ਕਰ ਗਏ ਹਨ। ਨਾਮ ਗੁਲਾਬ ਰਾਏ ਇਹ ਜੇਠੇ। ਇਹ ਜਿਹੜੇ ਵੱਡੇ ਹਨ ਇਹਨਾਂ ਦਾ ਨਾਮ ਗੁਲਾਬ ਰਾਏ ਜੀ ਹੈ ਜੀ। ਸਿਆਮ ਦਾਸ ਲਘੂ ਜੋ ਡਿੱਗ ਬੈਠੇ। ਤੇ ਜਿਹੜੇ ਛੋਟੇ ਆਪ ਜੀ ਕੇ ਸਨਮੁਖ ਬੈਠੇ ਹਨ ਮੇਵੜੇ ਦੱਸ ਰਹੇ ਸਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ, ਇਹਨਾਂ ਦਾ ਨਾਮ ਸ਼ਿਆਮ ਦਾਸ ਹੈ। ਇੱਕ ਦਾ ਨਾਮ ਗੁਲਾਬ ਰਾਏ, ਦੂਸਰੇ ਦਾ ਨਾਮ ਬਾਬਾ ਸ਼ਿਆਮ ਦਾਸ ਹੈ ਜੀ। ਰਹਿ ਅਲੰਬ ਤੁਮਾਰੇ ਅਬੈ। ਤੇ ਇਹ ਵੀ ਹੁਣ ਆਪ ਜੀਓ ਕੇ ਹੀ ਆਸਰੇ ਹਨ ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਕਿਹਾ ਸੀ ਨਾ ਵੀ ਸਾਡੀ ਬਖਸ਼ਿਸ਼ ਤੁਹਾਡੇ ਪਰਿਵਾਰ ਤੇ ਰਹੇਗੀ, ਕਿਉਂਕਿ ਗੁਰੂ ਹੁਕਮ ਵਿੱਚ ਰਹਿੰਦੇ ਸਨ ਬਾਬਾ ਸੂਰਜਮਲ ਜੀ। ਗੁਰਿਆਈ ਭਾਵਾਂ ਨਹੀਂ ਮਿਲੀ ਫਿਰ ਵੀ ਬਹੁਤ ਬਖਸ਼ਿਸ਼ ਜਿਹੜੀ ਪਰਿਵਾਰ ਤੇ ਰਹੀ। ਸੋ ਇਹ ਵੀ ਮਹਾਰਾਜ ਆਪ ਜੀਓ ਕੇ ਆਸਰੇ ਭਾਵ ਗੁਰੂ ਦੇ ਆਸਰੇ ਹਨ। ਏਕ ਗੁਰੂ ਕੀ ਸੰਤਤ ਸਬੈ। ਕਿਉਂਕਿ ਆਪ ਜੀ ਹੋ ਗਏ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ, ਇੱਧਰ ਬਾਬਾ ਸੂਰਜਮਲ ਜੀ, ਅੱਗੇ ਉਹਨਾਂ ਦੇ ਪੋਤਰੇ, ਹੋਰ ਜਿਤਨਾ ਵੀ ਪਰਿਵਾਰ ਹੈ ਸੋਢੀ ਵੰਸ਼, ਉਹ ਸਭ ਇੱਕੋ ਹੀ ਗੁਰੂ ਦਾ ਪਰਿਵਾਰ ਹੈ। ਪਿੱਛੇ ਦਾਦਾ ਗੁਰੂ ਜੀ ਜਿਹੜੇ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਉਹਨਾਂ ਦੀ ਪੀੜ੍ਹੀ ਹੈ ਜੀ। ਇਤਿਆਦਿਕ ਬੋਲੇ ਬਹੁ ਬਾਤ। ਇਸ ਵੇਲੇ ਜਿਹੜੀਆਂ ਬਾਤਾਂ ਹਨ ਫਿਰ ਮਹਾਰਾਜ ਜੀਆਂ ਨੇ ਬੈਠ ਕਰਕੇ ਕੀਤੀਆਂ, ਨਾਲ ਹੋਰ ਵੀ ਕੁਝ ਜਿਹੜੇ ਬਾਤਾਂ ਹਨ ਉਹ ਮਹਾਰਾਜ ਜੀਆਂ ਨੇ ਕੀਤੀਆਂ ਹਨ। ਇਤਨੇ ਮੈਂ ਪਹੁੰਚੀ ਜੁਗ ਮਾਤ। ਮਹਾਰਾਜ ਇਸ ਵੇਲੇ ਆਪਣੇ ਤਾਇਆ ਸੂਰਜਮਲ ਜੀ ਕੇ ਗ੍ਰਹਿ ਵਿਖੇ ਬੈਠ ਕਰ ਬਾਤਾਂ ਕਰ ਰਹੇ ਸਨ। ਇਤਨੇ ਸਮੇਂ ਦੇ ਅੰਦਰ ਮਹਾਰਾਜ ਜੀ ਕੇ ਮਾਤਾ ਜੀ ਕੀ ਪਾਲਕੀ ਵੀ ਪਹੁੰਚ ਗਈ, ਕਿਉਂਕਿ ਮਹਾਰਾਜ ਜਿਸ ਵਕਤ ਸਫ਼ਰ ਕਰਦੇ ਸਨ, ਲੰਬੇਰੇ ਕਾਫਲੇ ਚੱਲਦੇ ਸਨ। ਸੋ ਮਹਾਰਾਜ ਕੇ ਮਾਤਾ ਜੀ, ਮਾਤਾ ਗੁਜਰ ਕੌਰ ਜੀ, ਦਾਦੀ ਮਾਤਾ ਨਾਨਕੀ ਜੀ ਪਿੱਛੇ ਪਾਲਕੀ ਤੇ ਆ ਰਹੇ ਸਨ। ਸੋ ਇਤਨੇ ਸਮੇਂ ਨੂੰ ਫਿਰ ਮਹਾਰਾਜ ਜੀ ਕੇ ਜਿਹੜੇ ਮਾਤਾ ਜੀ ਹਨ ਉਹਨਾਂ ਦੀ ਪਾਲਕੀ ਵੀ ਪਹੁੰਚ ਗਈ। ਮਾਤਾ ਜੀ ਵੀ ਉਤਰ ਕਰਕੇ ਗ੍ਰਹਿ ਦੇ ਅੰਦਰ ਆਉਂਦੇ ਹਨ। ਸੂਰਜ ਮਲ ਕਰਨੀ ਤਬ ਆਈ। ਤੇ ਇਧਰੋਂ ਫਿਰ ਬਾਬਾ ਸੂਰਜਮਲ ਜੀ ਦੇ ਗ੍ਰਹਿ ਵਿਖੇ ਜੋ ਉਹਨਾਂ ਦੀ ਸੁਪਤਨੀ ਹਨ ਉਹ ਵੀ ਫਿਰ ਅੱਗੋਂ ਨਿਕਲ ਕਰਕੇ ਸਨਮਾਨ ਵਜੋਂ ਮਾਤਾ ਜੀ ਕੋ ਲੈਣ ਆਏ ਹਨ। ਸਾਦਰ ਸੰਦਨ ਤੇ ਉਤਰਾਈ। ਬੜੇ ਹੀ ਆਦਰ ਸਹਿਤ ਬਾਬਾ ਸੂਰਜਮਲ ਜੀ ਕੇ ਸੁਪਤਨੀ ਜੋ ਕਿ ਸਰੀਰ ਕਰਕੇ ਅਜੇ ਸੰਸਾਰ ਵਿੱਚ ਹਨ, ਬਾਬਾ ਸੂਰਜਮਲ ਜੀ ਆਪ ਤੇ ਸਰੀਰ ਤਿਆਗ ਚੁੱਕੇ ਹਨ। ਸੋ ਸੂਰਜਮਲ ਜੀ ਕੇ ਸੁਪਤਨੀ ਮਾਤਾ ਜੀ ਆਏ ਹਨ, ਬੜੇ ਹੀ ਆਦਰ ਸਹਿਤ ਮਾਤਾ ਨਾਨਕੀ ਜੀ ਹੋਰਾਂ ਨੂੰ ਤੇ ਮਾਤਾ ਗੁਜਰ ਕੌਰ ਜੀ ਹੋਰਾਂ ਨੂੰ ਪਾਲਕੀ ਵਿੱਚ ਉਤਾਰ ਕੇ ਗ੍ਰਹਿ ਵਿਖੇ ਲੈ ਜਾ ਰਹੇ ਹਨ। ਘਰ ਸੋ ਮਿਲੀ ਜਿਠਾਨੀ ਦੀ ਰਾਨੀ। ਘਰ ਸੋ ਮਿਲੀ ਭਾਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੇ ਮਹਿਲ ਨੇ ਮਾਤਾ ਨਾਨਕੀ ਜੀ, ਤੇ ਅੱਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਮਹਿਲ ਨੇ ਮਾਤਾ ਗੁਜਰ ਕੌਰ ਜੀ। ਬਾਬਾ ਸੂਰਜਮਲ ਜੀ ਕੇ ਮਹਿਲ ਸਨ ਇੱਥੇ, ਜੋ ਉਹਨਾਂ ਦੇ ਸੁਪਤਨੀ ਨਾਮ ਭਾਵਾਂ ਭਾਈ ਸਾਹਿਬ ਜੀ ਹੋਰਾਂ ਨੇ ਨਹੀਂ ਲਿਖਿਆ। ਲੇਕਿਨ ਜਿਸ ਵਕਤ ਮਿਲਦੇ ਹਨ ਤੇ ਦਰਾਣੀ ਜਠਾਣੀ, ਕਿਉਂਕਿ ਬਾਬਾ ਸੂਰਜਮਲ ਜੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੋਂ ਵੱਡੇ ਹਨ
ਤੇ ਇਧਰ ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਮਹਿਲ ਮਾਤਾ ਗੁਜਰ ਕੌਰ ਜੀ ਹਨ, ਉਧਰ ਬਾਬਾ ਸੂਰਜਮਲ ਜੀ ਕੇ ਮਹਿਲ। ਇੱਦਾਂ ਦਰਾਣੀ ਜਠਾਣੀ ਦਾ ਇੱਕ ਰਿਸ਼ਤਾ ਹੈ ਸੰਸਾਰਿਕ ਪੱਧਰ ਤੇ। ਸੋ ਅੱਜ ਬੜੇ ਲੰਬੇ ਅਰਸੇ ਤੋਂ ਬਾਅਦ, ਕਈ ਵਰ੍ਹਿਆਂ ਤੋਂ ਬਾਅਦ, ਜਿਸ ਵਕਤ ਦੋਨੋਂ ਮਾਤਾਵਾਂ ਮਿਲਦੀਆਂ ਹਨ, ਭਾਈ ਸਾਹਿਬ ਜੀਆਂ ਨੇ ਬਚਨ ਲਿਖੇ, ਬੜੇ ਪਿਆਰ ਸਹਿਤ ਮਾਤਾਵਾਂ ਆਪਸ ਅੰਦਰ ਮਿਲੀਆਂ ਹਨ। ਦਰਾਣੀ ਜਠਾਣੀ ਦਾ ਨਾਤਾ ਸੀ, ਨਾਲ ਗੁਰੂ ਕਾ ਪਰਿਵਾਰ ਵੀ ਹੈ, ਇਸ ਲਈ ਬਹੁਤ ਪਿਆਰ ਹੈ ਜੀ। ਗੁਜਰੀ ਵਾਂਕੇ ਪਗ ਲਪਟਾਨੀ। ਤੇ ਮਾਤਾ ਗੁਜਰ ਕੌਰ ਜੀ ਜੋ ਕਿ ਰਿਸ਼ਤੇ ਦੇ ਅੰਦਰ ਬਾਬਾ ਸੂਰਜਮਲ ਜੀਆਂ ਦੇ ਸੁਪਤਨੀ ਜੋ ਹਨ, ਉਹਨਾਂ ਤੋਂ ਛੋਟੇ ਹਨ। ਇਸ ਕਰਕੇ ਗੱਲ ਮਿਲਣ ਤੋਂ ਉਪਰੰਤ ਫਿਰ ਮਾਤਾ ਜੀ ਨੇ ਝੁਕ ਕਰਕੇ, ਨੀਵੇਂ ਹੋ ਕਰਕੇ ਨਮਸਕਾਰ ਕੀਤੀ ਹੈ। ਘਰ ਅੰਤਰ ਲੈ ਜਾਏ ਬਿਠਾਈ। ਫਿਰ ਬੜੇ ਸਨਮਾਨ ਸਹਿਤ ਮਾਤਾ ਜੀ ਹੋਰਾਂ ਨੂੰ ਵੀ ਗ੍ਰਹਿ ਵਿਖੇ ਲਿਜਾਇਆ ਗਿਆ ਹੈ। ਜਿਸ ਸਥਾਨ ਤੇ ਸਤਿਗੁਰੂ ਵਿਰਾਜਮਾਨ ਹਨ, ਉਸੇ ਸਥਾਨ ਤੇ ਬਿਠਾਇਆ ਜਾਂਦਾ ਹੈ ਜੀ। ਮਸਤਕ ਟੇਕਤ ਆਨੰਦ ਪਾਈ। ਤੇ ਹੋਰ ਵੀ ਜਿਤਨੇ ਪਰਿਵਾਰ ਦੇ ਜਨ ਹਨ ਜਾਂ ਹੋਰ ਜੋ ਵੀ ਸਿੱਖ ਸੰਗਤਾਂ ਹਨ, ਸਭ ਨੇ ਉੱਠ ਕਰਕੇ ਮਾਤਾ ਜੀ ਹੋਰਾਂ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ। ਜਿਵੇਂ ਹੀ ਬੜੇ ਸਮੇਂ ਤੋਂ ਬਾਅਦ ਅੱਜ ਮਾਤਾ ਜੀਓ ਕੇ ਦਰਸ਼ਨ ਪਾਏ, ਸਭ ਆਨੰਦ ਚਿੱਤ ਹੋ ਗਏ, ਕਿਉਂਕਿ ਮਾਤਾ ਨਾਨਕੀ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਮਹੱਲ ਹਨ। ਮਾਤਾ ਨਾਨਕੀ ਜੀ ਕੇ ਅੱਜ ਬੜੇ ਅਰਸੇ ਬਾਅਦ ਸਾਰੇ ਪਰਿਵਾਰ ਨੇ ਦਰਸ਼ਨ ਕੀਤੇ ਹਨ। ਤੇ ਇਹ ਵੀ ਅਸੀਂ ਕਹਿ ਸਕਦੇ ਹਾਂ ਕਿ ਦੋਨੋਂ ਬਿਰਧ ਮਾਤਾਵਾਂ ਬਾਬਾ ਸੂਰਜਮਲ ਜੀ ਕੇ ਗ੍ਰਹਿ ਤੋਂ ਜਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਮਹਲ ਮਾਤਾ ਨਾਨਕੀ ਜੀ ਸਭ ਤੋਂ ਵੱਡੇ ਬਿਰਧ ਮਾਤਾ ਇਸ ਪਰਿਵਾਰ ਅੰਦਰ ਵਿਰਾਜਮਾਨ ਹਨ। ਕਿਉਂਕਿ ਜੇ ਅਸੀਂ ਬਾਬਾ ਸੂਰਜਮਲ ਜੀ ਕੀ ਸੁਪਤਨੀ ਦੀ ਮਹਿਲ ਦੀ ਗੱਲ ਕਰਾਂਗੇ ਤੇ ਇਧਰ ਮਾਤਾ ਨਾਨਕੀ ਜੀ ਜੋ ਕਿ ਉਹਨਾਂ ਦੀ ਸੱਸ ਦੀ ਜਗ੍ਹਾ ਤੇ ਲੱਗਦੇ ਹਨ, ਇਸ ਕਰਕੇ ਬੜੇ ਪਿਆਰ ਸਹਿਤ ਉਹਨਾਂ ਨੇ ਅਸੀਸਾਂ ਦਿੱਤੀਆਂ ਹਨ, ਮਿਲੇ ਹਨ। ਸਾਰੇ ਪਰਿਵਾਰ ਅੰਦਰ ਹੋਰ ਨਗਰ ਦੇ ਸਿੱਖ ਜੋ ਜੋ ਦਰਸ਼ਨ ਪਾਉਣ ਆਇਆ ਹੈ, ਸਭ ਕਿਸੇ ਦੇ ਅੰਦਰ ਵਿਸ਼ੇਸ਼ ਆਨੰਦ ਹੈ, ਵਿਸ਼ੇਸ਼ ਖੁਸ਼ੀ ਹੈ, ਕਿਉਂਕਿ ਬੜੇ ਸਾਲਾਂ ਤੋਂ ਬਾਅਦ ਅੱਜ ਸਾਰੇ ਪਰਿਵਾਰ ਦਾ ਇੱਕ ਵਾਰ ਫਿਰ ਇਸ ਧਰਤੀ ਤੇ ਮੇਲ ਹੋਇਆ ਹੈ। ਆਪਰ ਪ੍ਰਸੰਗ ਬਖਾਨੋ ਕਹਾਂ। ਅੱਗੇ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਹਨ ਵੀ ਇਸੇ ਵਿਸ਼ੇ ਤੇ ਜੇਕਰ ਹੋਰ ਬਾਤ ਕਰੀਏ ਨਾ ਤੇ ਪ੍ਰਸੰਗ ਬਹੁਤ ਲੰਬਾ ਚਲਿਆ ਜਾਂਦਾ, ਕਿਉਂਕਿ ਫਿਰ ਜਿਵੇਂ ਘਰ ਅੰਦਰ ਬੈਠੇ ਜਾਂ ਕਈ ਸਾਲਾਂ ਤੋਂ ਬਾਅਦ ਜਿਸ ਵਕਤ ਕੋਈ ਮਿਲਦਾ ਹੈ, ਫਿਰ ਬਹੁਤ ਸਾਰੀਆਂ ਬਾਤਾਂ ਹੁੰਦੀਆਂ ਨੇ, ਵਿਸ਼ੇਸ਼ ਤਰੀਕੇ ਦੇ ਨਾਲ ਕੁਝ ਬਾਤਾਂ ਹੁੰਦੀਆਂ ਨੇ ਪਰਿਵਾਰਾਂ ਦੀਆਂ ਜੋ ਕੀਤੀਆਂ ਜਾਂਦੀਆਂ ਨੇ। ਸੋ ਸਾਰੀ ਵਾਰਤਾਲਾਪ ਕਰਨ ਲੱਗੇ ਜੇ ਇੱਥੇ ਦਰਜ ਕਰੀਏ ਤੇ ਫਿਰ ਇਹ ਪ੍ਰਸੰਗ ਬਹੁਤ ਲੰਬਾ ਚੱਲੇਗਾ। ਇਸ ਲਈ ਇਸ ਬਾਤ ਨੂੰ, ਇਸ ਸਾਖੀ ਨੂੰ ਇੱਥੇ ਹੀ ਸੰਕੋਚਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਅੱਗੇ ਆਪ ਸਾਰੇ ਸਿਆਣੇ ਗੁਰਸਿੱਖ ਬੈਠੇ ਹੋ, ਜਿਵੇਂ ਪਰਿਵਾਰਾਂ ਦੇ ਵਿੱਚ ਸੱਜੇ ਢੰਗ ਨਾਲ ਮਿਲਾਪ ਹੁੰਦਾ ਹੈ, ਉਹ ਸਭ ਆਪ ਸਮਝ ਸਕਦੇ ਹੋ। ਇਸ ਲਈ ਇਸ ਬਾਤ ਨੂੰ ਇੱਥੇ ਹੀ ਸੰਕੋਚਦੇ ਹਾਂ ਜੀ। ਸੇਵਾ ਕਰਤ ਪਏ ਸਭ ਮਹਾ। ਹਾਂ, ਇਤਨਾ ਕਹਿ ਸਕਦੇ ਹਾਂ ਕਿ ਜਿਸ ਵਕਤ ਕਈ ਸਾਲਾਂ ਤੋਂ ਬਾਅਦ ਮਹਾਰਾਜ ਜੀ ਕੇ ਪਰਿਵਾਰ, ਮਾਤਾ ਨਾਨਕੀ ਜੀ ਬਿਰਧ ਮਾਤਾ, ਅੱਗੇ ਮਾਤਾ ਗੁਜਰ ਕੌਰ ਗੁਰੂ ਤੇਗ ਬਹਾਦਰ ਸਾਹਿਬ ਜੀ ਕੇ ਮਾਤਾ, ਜਾਂ ਅੱਜ ਪਹਿਲੀ ਵਾਰ ਲਾਲ ਗੁਰੂ ਗੋਬਿੰਦ ਰਾਏ ਸਾਹਿਬ ਜੀ ਆਏ ਹਨ, ਇਸ ਕਰਕੇ ਪਰਿਵਾਰ ਅੰਦਰ ਬਹੁਤ ਖੁਸ਼ੀ ਹੈ ਤੇ ਬਹੁਤ ਵੱਧ ਕੇ ਸੇਵਾ ਜੋ ਹੈ ਕਿਰਤ ਪ੍ਰਵਾਸੀ ਸੰਗਤਾਂ ਨੇ ਤੇ ਮਹਾਰਾਜ ਜੀ ਕੇ ਪਰਿਵਾਰ ਬਾਬਾ ਜੋ ਸੂਰਜਮਲ ਹਨ ਉਹਨਾਂ ਦੇ ਪਰਿਵਾਰ ਨੇ ਕੀਤੀ ਹੈ ਜੀ। ਅਦਕ ਸਨੇਹ ਵਧਾਵਨ ਕੀਨ। ਬੜੇ ਸਨੇਹ ਸਹਿਤ ਪਿਆਰ ਸਹਿਤ ਮਹਾਰਾਜ ਜੀ ਕੇ ਸਾਥ ਸੇਵਾ ਕੀਤੀ ਹੈ। ਚਿਰ ਵਿਛੜੇ ਮਿਲ ਕੇ ਸੁਖ ਲੀਨ। ਚਿਰਾਂ ਦੇ ਵਿਛੜੇ ਹੋਏ ਪਰਿਵਾਰ ਸਨ, ਲੇਕਿਨ ਅੱਜ ਜਿਸ ਵਕਤ ਮਿਲ ਬੈਠੇ ਹਨ ਤੇ ਬਹੁਤ ਆਨੰਦ ਹੋਇਆ ਹੈ। ਅਨਕ ਪ੍ਰਕਾਰ ਆਹਾਰ ਕਰਾਏ। ਫਿਰ ਮਹਾਰਾਜ ਕੇ ਮਾਤਾ ਜੀ ਗ੍ਰਹਿ ਵਿਖੇ ਆਉਣ ਤੇ ਮਹਾਰਾਜ ਕੇ ਆਪਣੇ ਚਰਨ ਪਾਉਣ ਉਪਰੰਤ ਇੱਥੇ ਜਿਤਨੇ ਵੀ ਕੀਰਤ ਪ੍ਰਵਾਸੀ ਹਨ ਜਾਂ ਮਹਾਰਾਜ ਬਾਬਾ ਸੂਰਜਮਲ ਜੀ ਕੇ ਪਰਿਵਾਰ ਹਨ, ਉਹਨਾਂ ਨੇ ਫਿਰ ਵਿਸ਼ੇਸ਼ ਤਰ੍ਹਾਂ ਦੇ ਆਹਾਰ ਤਿਆਰ ਕਰਵਾ ਕਰਕੇ ਮਹਾਰਾਜ ਜੀ ਤੇ ਮਾਤਾ ਜੀ ਕੋ ਰਸਨਾ ਲਾਗ ਕਰਵਾਏ ਹਨ। ਪ੍ਰੇਮ ਸਹਿਤ ਕਹਿ ਕਰ ਅਚਵਾਏ। ਪ੍ਰੇਮ ਨਾਲ ਬੇਨਤੀ ਕਰਕੇ, ਪ੍ਰੇਮ ਨਾਲ ਬਣਾ ਕਰਕੇ ਮਹਾਰਾਜ ਜੀ ਕੋ ਛਕਾਇਆ ਜਾਂਦਾ ਹੈ। ਜਥਾ ਜੋਗ ਮਿਲ ਸਭ ਪਰਿਵਾਰੂ। ਫਿਰ ਜਥਾ ਜੋਗ ਪਰਿਵਾਰ ਦੇ ਹੋਰ ਵੀ ਕੁਝ ਜੀ ਹਨ, ਸੋ ਸਭ ਮਿਲ ਕਰਕੇ ਜੀ। ਬੜ ਗੁਰ ਦਿਸਤੇ ਹਿਰਦੇ ਖੰਬਾਰੂ। ਬੜ ਗੁਰ ਦਿਸਤੇ, ਵੱਡੇ ਗੁਰੂ ਸਾਹਿਬਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਪਰਿਵਾਰ ਅੱਗੇ ਜਿਤਨਾ ਵੀ ਪਰਿਵਾਰ ਹੈ ਮਿਲ ਕਰਕੇ ਬਾਤਾਂ ਕਰਦੇ ਹਨ। ਗਏ ਆਪ ਤੁਰ ਕੇ ਸਰ ਪਾਸ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਬਾਤ ਚਲਦੀ ਹੈ
ਤੇ ਕਹਿ ਰਹੇ ਹਨ ਕਿ ਮਹਾਰਾਜ ਆਪ ਤੇ ਹੁਣ ਦਿੱਲੀ ਅੰਦਰ ਵਿਰਾਜਮਾਨ ਹਨ। ਸਮੇਂ ਦੇ ਹੁਕਮਰਾਨ ਤੁਰਕੇਸ਼ ਬਾਦਸ਼ਾਹ ਔਰੰਗਜ਼ੇਬ ਦੀ ਗ੍ਰਿਫਤਾਰੀ ਕੈਦ ਵਿੱਚ ਹਨ। ਕਰਿਓ ਚਹਿ ਚਿਤ ਦੁਸ਼ਟ ਵਿਨਾਸ਼। ਕਿਉਂਕਿ ਮਹਾਰਾਜ ਕੀ ਮੌਜ ਹੈ ਜੋ ਆਪ ਦਿੱਲੀ ਚੱਲ ਕਰਕੇ ਗਏ ਹਨ। ਦੁਸ਼ਟ ਬਾਦਸ਼ਾਹ ਔਰੰਗਜ਼ੇਬ ਦਾ ਨਾਸ਼ ਕਰਨਾ ਚਾਹੁੰਦੇ ਹਨ। ਕਰੇ ਫਿਕਰ ਕੇ ਜ਼ਿਕਰ ਕਨੇਰੇ। ਕਰੇ ਫਿਕਰ ਕੇ ਭਾਵ ਕੁਝ ਬਾਤਾਂ ਚੱਲਦੀਆਂ ਹਨ ਜਿਹਦੇ ਵਿੱਚ ਕਿਤੇ ਕਿਤੇ ਮਾਤਾ ਜੀਆਂ ਨੂੰ ਜਾਂ ਹੋਰ ਪਰਿਵਾਰਾਂ ਨੂੰ ਫਿਕਰ ਵੀ ਹੁੰਦੇ ਹਨ। ਮਹਾਰਾਜ ਫਿਰ ਆਪਣੇ ਮੁਖ ਤੋਂ ਗਿਆਨ ਬਖਸ਼ ਕੇ ਤਰਵਾਸ ਦੇ ਦਿੰਦੇ ਹਨ। ਸੁਪਤ ਜਥਾ ਸੁਖ ਨਿਸਬੜ ਹੇਰੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜੇ ਸੁਖ ਆਨੰਦ ਸਹਿਤ ਇੱਕ ਰਾਤ ਦਾ ਜਿਹੜਾ ਸਮਾਂ ਹੈ ਉਹ ਤਾਇਆ ਸਿਹਾਰੀ ਮੱਲ ਜੀ ਕੇ ਗ੍ਰਹਿ ਵਿਖੇ ਬਤੀਤ ਕੀਤਾ ਹੈ ਜੀ। ਜਾਗੇ ਸਭ ਪ੍ਰਭਾਤ ਹੋ ਆਈ। ਫਿਰ ਜਿਵੇਂ ਪ੍ਰਭਾਤ ਹੋਈ ਹੈ, ਦਿਨ ਚੜ੍ਹਦਾ ਹੈ, ਪਹਿਰ ਰਾਤ ਰਹਿੰਦਿਆਂ ਗੁਰੂ ਗਰੀਬ ਨਿਵਾਜ ਗੁਰੂ ਗੋਬਿੰਦ ਸਿੰਘ ਜੀ ਨੇਮ ਅਨੁਸਾਰ ਜਾਗਦੇ ਹਨ। ਸੋਚ ਸਨਾਨ ਠਾਨ ਗੋਸਾਈ। ਮਹਾਰਾਜ ਜੀਆਂ ਨੇ ਪਹਿਰ ਰਾਤ ਰਹਿੰਦਿਆਂ ਉਸ ਤੋਂ ਪਹਿਲਾਂ ਉੱਠ ਕਰਕੇ ਸ਼ੌਚ ਇਸ਼ਨਾਨ ਆਦਿ ਠਾਨਿਆ ਭਾਵ ਸਰੀਰ ਦੀ ਪ੍ਰਕਿਰਿਆ ਸੋਧੀ। ਉਸ ਤੋਂ ਉਪਰੰਤ ਫਿਰ ਨਿਰਮਲ ਜਲ ਨਾਲ ਇਸ਼ਨਾਨ ਕੀਤਾ ਹੈ। ਚਹਿਓ ਚੜਨ ਜਬ ਸਭ ਮਿਲ ਆਏ। ਫਿਰ ਇਸੇ ਵਿਧ ਹੀ ਹੁਣ ਤਿਆਰੀ ਕਰ ਰਹੇ ਹਨ। ਜਿਸ ਵਕਤ ਸਾਰੇ ਮਿਲ ਗਏ ਫਿਰ ਮਹਾਰਾਜ ਕਹਿਣ ਲੱਗੇ ਹੁਣ ਅਸੀਂ ਅੱਗੇ ਜਾਣਾ ਹੈ ਜੀ। ਆਜ ਨਾ ਜਾਣ ਦੇਹ ਅਵਗਾਏ। ਜਿਸ ਵਕਤ ਮਹਾਰਾਜ ਜੀਆਂ ਨੇ ਅੱਗੇ ਜਾਣ ਦੀ ਬਾਤ ਕੀਤੀ ਕਿਉਂਕਿ ਸ੍ਰੀ ਅਨੰਦਪੁਰ ਸਾਹਿਬ ਪਹੁੰਚਣਾ ਹੈ। ਜਿਸ ਵਕਤ ਮਹਾਰਾਜ ਜੀ ਨੇ ਕਿਹਾ ਵੀ ਅੱਜ ਹੀ ਅਸੀਂ ਚੱਲਣਾ ਹੈ ਤੇ ਸਾਰੇ ਪਰਿਵਾਰ ਦੇ ਜੋ ਜਿਤਨੇ ਵੀ ਮਨੁੱਖ ਹਨ ਮਿਲ ਕਰਕੇ ਕਹਿਣ ਲੱਗੇ ਅੱਜ ਨਹੀਂ ਜਾਣ ਦੇਵਾਂਗੇ। ਅੱਜ ਦਾ ਦਿਨ ਆਪ ਜੀਆਂ ਨੇ ਹੋਰ ਇਸੇ ਸਥਾਨ ਤੇ ਵਿਸ਼ਰਾਮ ਕਰਨਾ ਹੈ। ਪਾਸ ਕਰੋ ਸੁਭ ਥਾਨ ਨਿਹਾਰੋ। ਕਹਿਣ ਲੱਗੇ ਮਹਾਰਾਜ ਅੱਜ ਇਸ ਸਥਾਨ ਤੇ ਹੋਰ ਰੁਕ ਜਾਓ। ਇੱਥੇ ਵੀ ਬਹੁਤ ਸਾਰੇ ਪਵਿੱਤਰ ਸਥਾਨ ਹਨ ਜੋ ਕਿ ਆਪ ਜੀ ਕੇ ਦਰਸ਼ਨਾਂ ਲਾਇਕ ਹਨ। ਕਿਉਂਕਿ ਇਹ ਉਹ ਪਵਿੱਤਰ ਸਥਾਨ ਹੈ ਜਿਸ ਸਥਾਨ ਤੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬੇਅੰਤ ਬਖਸ਼ਿਸ਼ਾਂ, ਫਿਰ 7ਵੇਂ ਨਾਨਕ ਗੁਰੂ ਹਰਿਰਾਏ ਸਾਹਿਬ, 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਇੱਥੇ ਬਹੁਤ ਸਮਾਂ ਵਿਚਰਦੇ ਰਹੇ ਹਨ। ਉਧਰ ਗੁਰੂ ਕੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਸਾਹਿਬ ਜੀ ਉਹਨਾਂ ਨੇ ਵੀ ਇਸੇ ਸਥਾਨ ਤੇ ਹੀ ਆਪਣਾ ਸਰੀਰ ਤਿਆਗਿਆ। ਸੋ ਬਹੁਤ ਸਾਰੇ ਐਸੇ ਸਥਾਨ ਹਨ ਇਸ ਦੇਸ਼ ਅੰਦਰ, ਇਸ ਨਗਰ ਅੰਦਰ ਜੋ ਕਿ ਆਪ ਜੀ ਕੇ ਦਰਸ਼ਨਾਂ ਲਈ ਉਚਿਤ ਹਨ, ਚੰਗੇ ਹਨ। ਆਪ ਇੱਕ ਵਾਰ ਜਾ ਕਰਕੇ ਵੱਡੇ ਗੁਰੂ ਸਾਹਿਬਾਨ ਪਰਿਵਾਰ ਦੇ ਹੋਰ ਜਿਤਨੇ ਵੀ ਬਾਬਾ ਗੁਰਦਿੱਤਾ ਜੀ, ਤਾਇਆ ਜੀ ਆਦਿਕ ਉਹਨਾਂ ਸਾਰਿਆਂ ਦੇ ਜੋ ਅਸਥਾਨ ਹਨ ਉਹ ਆਪ ਆਪਣੇ ਪਵਿੱਤਰ ਚਰਨ ਪਾ ਕਰਕੇ ਉਹਨਾਂ ਦੇ ਦਰਸ਼ਨ ਕਰੋ ਜੀ। ਆਪਨ ਬੜਨ ਕੀ ਪੁਰੀ ਵਿਚਾਰੋ। ਕਿਉਂਕਿ ਇਹ ਤੇ ਤੁਹਾਡਾ ਆਪਣਾ ਇੱਕ ਨਗਰ ਵਸਾਇਆ ਹੋਇਆ ਹੈ। ਵੱਡੇ ਗੁਰੂ ਸਾਹਿਬਾਨ ਜਿਨ੍ਹਾਂ ਨੇ ਕਿਰਪਾ ਕਰਕੇ ਨਗਰ ਵਸਾਇਆ ਹੈ। ਹੁਣ ਜੇ ਸਮਾਂ ਬਣਿਆ ਆਪ ਆਏ ਹੋ ਤੇ ਆਪ ਉਹਨਾਂ ਸਾਰਿਆਂ ਸਥਾਨਾਂ ਤੇ ਆਪਣੇ ਚਰਨ ਪਾਓ, ਨਾਲ ਹੀ ਦਰਸ਼ਨ ਕਰੋ ਜੀ। ਸ਼੍ਰੀ ਹਰਿ ਰਾਏ ਬਾਗ ਲਗਵਾਇਓ। ਕਿਉਂਕਿ ਇਸ ਸਥਾਨ ਤੇ ਇੱਕ ਬਾਗ ਹੈ ਬਹੁਤ ਸੁੰਦਰ ਜੋ ਕਿ 7ਵੇਂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਆਪਣੇ ਹੱਥੀਂ ਲਵਾਇਆ ਹੈ ਜੀ। ਨਾਨਾ ਰੀਤ ਸਾਥ ਸੁਧਰਾਵੋ। ਨਾਨਾ ਰੀਤ ਭਾਵ ਬੜੇ ਚਾਉ ਸਹਿਤ ਮਹਾਰਾਜ ਜੀ ਨੇ ਉਹ ਬਾਗ ਲਗਵਾਇਆ ਸੀ। ਤੇ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਹੁਣ ਜੇਕਰ ਅਸੀਂ ਸੰਸਾਰਿਕ ਰਿਸ਼ਤੇ ਅਨੁਸਾਰ ਵੇਖਾਂਗੇ ਨਾ ਤੇ ਜਿਹੜੇ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਭਰਾਤਾ ਜੀ ਨੇ ਤੇ ਬਾਬਾ ਗੁਰਦਿੱਤਾ ਜੀ ਕੇ ਗ੍ਰਹਿ ਵਿਖੇ ਜੋ ਸੁਪੁੱਤਰ ਨੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ। ਸੋ ਇਸ ਵਿਧ ਨਾਤਾ ਜਿਹੜਾ ਹੈ ਭਰਾਤਾਵਤ ਜੁੜਦਾ ਹੈ। ਸੋ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਇਸ ਪਵਿੱਤਰ ਸਥਾਨ ਤੇ ਕਿਰਪਾ ਕੀਤੀ, ਇੱਕ ਸੁੰਦਰ ਬਾਗ ਲਗਵਾਇਆ ਤੇ ਜਿਸ ਬਾਗ ਵਿੱਚ ਨਾਨਾ ਪ੍ਰਕਾਰ ਦੇ ਫੁੱਲ ਲਿਆ ਕਰਕੇ ਉਹਨਾਂ ਲਗਵਾਏ, ਨਾਨਾ ਪ੍ਰਕਾਰ ਦੀ ਵਨਸਪਤੀ। ਸੋ ਬਹੁਤ ਸੁੰਦਰ ਬਾਗ ਹੈ। ਤੇ ਹੁਣ ਇੱਕ ਵਾਰ ਆਪ ਆਏ ਹੋ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਕੀ ਤਰ੍ਹਾਂ ਹੀ ਇਸ ਬਾਗ ਦੀ ਸੰਭਾਲ ਕਰਕੇ ਜਾਓ, ਕਿਉਂਕਿ ਗੁਰੂ ਕੀ ਮੌਜ ਅਨੁਸਾਰ ਲੱਗਿਆ ਹੋਇਆ ਹੈ। ਸੋ ਕਹਿਣ ਲੱਗੇ ਮਹਾਰਾਜ ਆਪ ਜੀਆਂ ਨੂੰ ਉਹ ਅਸਥਾਨ ਵੀ ਦੇਖਣਾ ਚਾਹੀਦਾ ਹੈ ਜੀ। ਕਰੋ ਬਿਲੋਕਨ ਆਨੰਦ ਦੇ ਹੈ। ਇੱਕ ਵਾਰ ਆਪ ਆਪਣੇ ਨੇਤਰਾਂ ਨਾਲ ਜਾ ਕਰਕੇ ਉਸ ਪਵਿੱਤਰ ਸਥਾਨ ਨੂੰ ਤੱਕੋ। ਬਹੁਤ ਆਨੰਦਮਈ ਸਥਾਨ ਹੈ, ਬੜੀ ਬਖਸ਼ਿਸ਼ ਵਾਲਾ ਸਥਾਨ ਹੈ, ਕਿਉਂਕਿ ਉਸ ਸਥਾਨ ਤੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਕੀ ਮੌਜ ਹੈ ਜੀ। ਤਰਵਰ ਸਫਲ ਫੂਲ ਬਿਗਸੇ ਹੈ। ਬਹੁਤ ਤਰ੍ਹਾਂ ਦੇ ਉਸ ਸਥਾਨ ਤੇ ਫੁੱਲ ਲੱਗੇ ਹਨ, ਬਹੁਤ ਸਾਰੇ ਉਸ ਸਥਾਨ ਤੇ ਰੁੱਖ ਲੱਗੇ ਹਨ ਜੋ ਕਿ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਪ੍ਰਸੰਨ ਹੋ ਕਰਕੇ
ਆਪ ਸਭ ਥਾਵਾਂ ਤੇ ਦੱਸ ਕਰਕੇ ਲਵਾਏ ਸਨ। ਗੁਰੂ ਪਿਤਾਮਾ ਕੋ ਸੁਭ ਥਾਨ। ਤੇ ਉਹੀ ਪਵਿੱਤਰ ਸਥਾਨ ਹੈ ਜਿਹੜਾ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਵੀ ਬਹੁਤ ਭਾਉਂਦਾ ਸੀ, ਕਿਉਂਕਿ ਉਹੀ ਬਾਗ ਹੈ ਜਿਸ ਸਥਾਨ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀਆਂ ਨੂੰ ਫੁੱਲ ਟੁੱਟਣ ਸੰਬੰਧੀ ਸਿੱਖਿਆ ਪ੍ਰਦਾਨ ਕੀਤੀ ਸੀ ਕਿ ਬੇਟਾ ਦਾਮਨ ਸੰਕੋਚ ਚਲੋ, ਕਿ ਜੇਕਰ ਆਪ ਜੀਆਂ ਨੇ ਤੁਰਨਾ ਹੈ ਨਾ ਤੇ ਆਪਣਾ ਚੋਲਾ ਇਉਂ ਸਾਂਭ ਕੇ ਚੱਲੋ ਕਿ ਤੁਹਾਡੇ ਚੋਲੇ ਨਾਲ ਅੜ ਕੇ ਕੋਈ ਫੁੱਲ ਨਾ ਟੁੱਟ ਜਾਏ। ਸੋ ਇਹੋ ਹੀ ਬਾਗ ਹੈ ਜਿਹਦੇ ਅੰਦਰ ਵਿਸ਼ੇਸ਼ ਕਿਸਮ ਦੇ ਫੁੱਲ ਲੱਗੇ ਹਨ, ਵਿਸ਼ੇਸ਼ ਕਿਸਮ ਦੇ ਫਲਦਾਰ ਪੌਦੇ ਹਨ, ਹੋਰ ਬਹੁਤ ਸਾਰੇ ਵੰਨ ਸੁਵੰਨੇ ਰੁੱਖ ਲੱਗੇ ਹਨ। ਤੇ ਵਿਸ਼ੇਸ਼ ਥਾਂ ਮਹਾਨਤਾ ਇਹ ਹੈ ਕਿਉਂਕਿ ਇਸ ਬਾਗ ਅੰਦਰ ਬਹੁਤ ਵਾਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੌਜ ਵਿੱਚ ਆ ਕਰਕੇ ਬੈਠਿਆ ਕਰਦੇ ਸਨ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਲਈ ਬੜੀ ਮਨ ਭਾਉਂਦੀ ਇਹ ਜਗ੍ਹਾ ਸੀ, ਬਹੁਤ ਪਿਆਰਾ ਸਥਾਨ ਸੀ ਮਹਾਰਾਜ ਜੀ ਦਾ। ਜਿਤਨਾ ਸਮਾਂ ਮਹਾਰਾਜ ਸਰੀਰ ਵਿੱਚ ਵਰਤੇ ਇਸ ਸਥਾਨ ਦੀ ਬੜੀ ਸਾਂਭ ਸੰਭਾਲ ਕਰਦੇ ਰਹੇ। ਖਾਸ ਕਰਕੇ ਕੋ ਸਿੱਖਾਂ ਨੂੰ ਇਹ ਹਿਦਾਇਤ ਕੀਤੀ ਸੀ ਵੀ ਇਸ ਸਥਾਨ ਤੇ ਵਿਸ਼ੇਸ਼ ਧਿਆਨ ਰੱਖਣਾ ਹੈ, ਕਿਸੇ ਕਿਸਮ ਦੀ ਕੋਈ ਕਮੀ ਨਾ ਆਏ, ਕੋਈ ਬਾਗ ਸੁੱਕੇ ਨਾ। ਸੋ ਇਸ ਕਰਕੇ ਉਹ ਬੜਾ ਪਵਿੱਤਰ ਸਥਾਨ ਹੈ ਜਿਸ ਸਥਾਨ ਤੇ ਮਹਾਰਾਜ ਕੀ ਇਤਨੀ ਖੁਸ਼ੀ ਰਹੀ ਹੈ ਜੀ। ਦਰਸ਼ਨ ਕਰੋ ਬੰਦਨਾ ਠਾਨ। ਤੇ ਕਿਹਾ ਹੈ ਹੁਣ ਕਿ ਆਪ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਸ ਸਥਾਨ ਤੇ ਚੱਲੋ, ਇੱਕ ਵਾਰ ਜਾ ਕੇ ਦਰਸ਼ਨ ਕਰੋ ਜੀ। ਸ੍ਰੀ ਗੁਰੂ ਦਿੱਤਾ ਤੁਮਰੋ ਤਾਇਆ। ਤੇ ਬਾਬਾ ਗੁਰਦਿੱਤਾ ਜੀ ਜੋ ਸਨ ਉਹ ਤੁਹਾਡੇ ਤਾਇਆ ਜੀ ਸਨ, ਜਿਹੜੇ ਕਿ ਆਪ ਵੀ ਇਸ ਸਰੀਰ ਵਿੱਚ ਇੱਥੋਂ ਤੱਕ ਆ ਕੇ ਵਿਚਰਦੇ ਰਹੇ। ਸੋ ਬਾਬਾ ਗੁਰਦਿੱਤਾ ਜੀ का भी एक पवित्र स्थान ਇਹ ਸਥਾਨਪੁਰ ਹੈ। ਗਿਰ ਪਰ ਉੱਚੇ ਥਾਨ ਸੁਹਾਇਆ। ਇਸੇ ਪਹਾੜੀ ਦੇ ਉੱਪਰ ਇੱਕ ਸਥਾਨ ਬਣਿਆ ਹੈ ਜਿਸ ਸਥਾਨ ਤੇ ਬਾਬਾ ਗੁਰਦਿੱਤਾ ਜੀ ਬੈਠੇ ਸਨ, ਤੇ ਜਿਸ ਸਥਾਨ ਤੇ ਬਾਬਾ ਗੁਰਦਿੱਤਾ ਜੀ ਆਪਣਾ ਪੰਜ ਭੌਤਿਕ ਸਰੀਰ ਤਿਆਗਦੇ ਹਨ। ਸੋ ਉਹਨਾਂ ਦੀ ਯਾਦ ਅੰਦਰ ਵੀ ਬਣਿਆ ਹੋਇਆ ਇੱਕ ਪਵਿੱਤਰ ਸਥਾਨ ਹੈ। ਇਸ ਵੇਲੇ ਕੀਰਤਪੁਰ ਨਗਰ ਦੇ ਅੰਦਰ ਬਹੁਤ ਸਾਰੇ ਐਸੇ ਸਥਾਨ ਹਨ ਜੋ ਕਿ 6ਵੇਂ ਨਾਨਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, 7ਵੇਂ ਗੁਰੂ ਹਰਿਰਾਏ, 8ਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਜਿਨ੍ਹਾਂ ਨੇ ਆਪ ਬਖਸ਼ਿਸ਼ ਕਰਕੇ ਇਸ ਸਥਾਨ ਤੇ ਉਹ ਕਿਰਪਾ ਕੀਤੀ ਹੈ, ਉਹ ਸਥਾਨ ਬਣੇ ਹਨ। ਜੇਕਰ ਆਪ ਆਏ ਹੋ ਤੇ ਇਹਨਾਂ ਪਵਿੱਤਰ ਸਥਾਨਾਂ ਤੇ ਮੁਬਾਰਕ ਚਰਨ ਪਾ ਕਰਕੇ ਪਵਿੱਤਰ ਕਰੋ ਜੀ। ਸਭ ਥਲ ਹੈ ਅਵਲੋਕਨ ਜੋਗ। ਕੀਰਤਪੁਰ ਦੀ ਸੰਗਤ ਬਾਬਾ ਸੂਰਜਮਲ ਜੀ ਦਾ ਪਰਿਵਾਰ ਆਦਿਕ ਸਭ ਕਹਿ ਰਹੇ ਸਨ ਮਹਾਰਾਜ ਅੱਜ ਆਪ ਵਾਪਸ ਨਾ ਜਾਓ, ਕਿਰਪਾ ਕਰਕੇ ਅੱਜ ਉਹਨਾਂ ਸਥਾਨਾਂ ਤੇ ਮੁਬਾਰਕ ਚਰਨ ਪਾ ਕੇ ਆਪਣੀਆਂ ਨੇਤਰਾਂ ਨਾਲ ਉਹ ਨਜ਼ਾਰੇ ਤੱਕੋ ਜੀ। ਤੁਮੈ ਭਿਖੈ ਕੀਰਤਪੁਰ ਲੋਗ। ਤੇ ਨਾਲ ਹੀ ਜਿਸ ਵਕਤ ਆਪ ਇਹਨਾਂ ਸਥਾਨਾਂ ਤੇ ਜਾਓਗੇ ਕੀਰਤਪੁਰ ਵਾਸੀ ਜਿਤਨੀ ਵੀ ਸੰਗਤ ਹੈ ਉਹ ਆਪ ਜੀ ਕੇ ਦਰਸ਼ਨ ਪਾ ਲਵੇਗੀ। ਇਹ ਵੀ ਸੁਭਾਗ ਹੋ ਜਾਏਗਾ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਤੋਂ ਬਾਅਦ ਇਸ ਸਥਾਨ ਤੇ ਹੁਣ ਬਹੁਤ ਸਮੇਂ ਤੋਂ ਬਾਅਦ ਮਹਾਰਾਜ ਆਏ ਹਨ। ਵਿੱਚੋਂ ਕੋਈ ਗੁਰੂ ਸਾਹਿਬਾਨ ਜਾਂ ਜਿਵੇਂ ਅਸੀਂ ਕਹਿ ਲਈਏ ਵੀ ਗੁਰੂ ਤੇਗ ਬਹਾਦਰ ਮਹਾਰਾਜ ਪੂਰਬ ਦੇਸ਼ ਤੋਂ ਗਏ, ਉਸ ਤੋਂ ਬਾਅਦ ਇਸ ਸਥਾਨ ਤੇ ਬਹੁਤ ਘੱਟ ਆਏ। ਸੋ ਹੁਣ ਆਪ ਆਏ ਹੋ, ਕੀਰਤਪੁਰ ਦੀ ਜਿਤਨੀ ਸੰਗਤ ਹੈ ਉਹ ਆਪ ਜੀ ਕੇ ਦਰਸ਼ਨ ਪਾ ਕਰ ਵੀ ਪ੍ਰਸੰਨ ਹੋਵੇਗੀ। ਇਤਿਆਦਿ ਕਹਿ ਕਰ ਮਿਦਰ ਸਾਦਰ। ਇਸ ਵਿਦ ਹੋਰ ਬਹੁਤ ਸਾਰੀਆਂ ਬਾਤਾਂ ਹਨ ਜਿਹੜੀਆਂ ਕਿ ਪਿਆਰ ਸਹਿਤ ਗੁਰੂ ਪਰਿਵਾਰ ਨੇ, ਗੁਰੂ ਸਿੱਖਾਂ ਨੇ ਮਹਾਰਾਜ ਜੀਆਂ ਨੂੰ ਇਸ ਸਥਾਨ ਤੇ ਬੇਨਤੀ ਕੀਤੀ ਹੈ। ਰਾਖੇ ਸੁਤ ਸ੍ਰੀ ਤੇਗ ਬਹਾਦਰ। ਤੇ ਜਿਵੇਂ ਕਿਵੇਂ ਬੇਨਤੀ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੂੰ ਅੱਜ ਹੋਰ ਇਸ ਸਥਾਨ ਤੇ ਰੁਕਣ ਦੇ ਲਈ ਸੰਗਤਾਂ ਨੇ ਕਿਹਾ ਹੈ ਤੇ ਮਹਾਰਾਜ ਨੇ ਉਹ ਬੇਨਤੀ ਪ੍ਰਵਾਨ ਕਰ ਲਈ। ਇਸ ਵਿਦ ਮਹਾਰਾਜ ਇੱਥੇ ਰੁਕੇ ਹਨ। ਦੋਹਰਾ ਕਰ ਮੁਕਾਮ ਨਿਜ ਸਤਿਗੁਰੂ ਪੰਚਾਮ੍ਰਿਤ ਕਰਵਾਏ। ਚਲੇ ਬਿਲੋਕਨ ਬਾਗ ਕੋ ਸਗਰੇ ਸੰਗ ਲਵਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਗਤਾਂ ਦੀ ਬੇਨਤੀ, ਪਰਿਵਾਰ ਦੀ ਬੇਨਤੀ ਸੁਣਦਿਆਂ ਹੋਇਆਂ ਇੱਕ ਦਿਨ ਹੋਰ ਇਸ ਸਥਾਨ ਤੇ ਰੁਕ ਗਏ। ਨਾਲ ਹੀ ਕਹਿਣ ਲੱਗੇ ਮਹਾਰਾਜ ਕਿ ਚਲੋ ਜੇਕਰ ਆਪ ਹੁਕਮ ਕਰਦੇ ਹੋ ਤੇ ਵੱਡੇ ਗੁਰੂ ਸਾਹਿਬਾਨਾਂ ਦੇ ਜਿਹੜੇ ਸਥਾਨ ਹਨ ਉਹ ਅਸੀਂ ਆਪ ਜਾ ਕਰਕੇ ਦਰਸ਼ਨ ਕਰਦੇ ਹਾਂ। ਮਹਾਰਾਜ ਨੇ ਪ੍ਰਥਮ ਹੁਕਮ ਦਿੱਤਾ ਕਿ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਵਾਈ ਜਾਵੇ, ਕਿਉਂਕਿ ਉਹਨਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨੇ ਹਨ ਤੇ ਭੇਟਾ ਵਜੋਂ ਮਹਾਰਾਜ ਪ੍ਰਸ਼ਾਦ ਲੈ ਕਰਕੇ ਜਾਣਗੇ। ਸੋ ਇਹ ਸਾਰੀ ਤਿਆਰੀ ਇਸ ਵਿਦ ਕਿਉਂਕਿ ਮਹਾਰਾਜ ਵੱਡੇ ਗੁਰੂ ਸਾਹਿਬਾਨ ਦਾਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਸਥਾਨਾਂ ਤੇ ਜਾਂ ਗੁਰੂ ਹਰਿਰਾਏ ਸਾਹਿਬ ਜੀ ਕੇ ਸਥਾਨਾਂ ਦੇ ਦਰਸ਼ਨ ਕਰਨੇ ਹਨ। ਪੰਚਾਮ੍ਰਿਤ ਕਰਵਾਏ,
ਚਲੇ ਬਿਲੋਕਣ ਗੁਰ ਕੇ, ਸਗਰੇ ਸੰਗ ਲਵਾਏ। ਮਹਾਰਾਜ ਆਪ ਤਿਆਰ ਹੋਏ ਤੇ ਹੋਰ ਬਹੁਤ ਸਾਰੇ ਸਿੱਖ ਗੁਰੂ ਕੇ ਪਰਿਵਾਰ ਦੇ ਅੰਦਰੋਂ ਬਹੁਤ ਸਾਰੇ ਤਿਆਰ ਹੋ ਕਰਕੇ ਮਹਾਰਾਜ ਜੀ ਕੇ ਸਾਥ ਇਹਨਾਂ ਸਥਾਨਾਂ ਦੇ ਦਰਸ਼ਨ ਪਾਉਣ ਲਈ ਅੱਜ ਚੱਲੇ ਹਨ। ਚੌਪਈ ਭਏ ਪ੍ਰਵੇਸ਼ ਅਸ਼ੇਸ਼ ਨਿਹਾਰਾ। ਮਹਾਰਾਜ ਜਿਸ ਵਕਤ ਜਾਂਦੇ ਹਨ, ਸਭ ਤੋਂ ਪਹਿਲਾ ਜ਼ਿਕਰ ਹੈ ਉਸ ਬਾਗ ਦਾ, ਜਿਸ ਬਾਗ ਨੂੰ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਸਾਂਭਿਆ, ਲਵਾਇਆ। ਸੋ ਮਹਾਰਾਜ ਚੱਲ ਕਰਕੇ ਸਭ ਤੋਂ ਪਹਿਲਾਂ ਉਸ ਪਵਿੱਤਰ ਬਾਗ ਦੇ ਅੰਦਰ ਮੁਬਾਰਕ ਚਰਨ ਪਾਉਂਦੇ ਹਨ, ਉਸ ਬਾਗ ਦੇ ਨਜ਼ਾਰੇ ਤੱਕਦੇ ਹਨ। ਜਿਵੇਂ ਮਹਾਰਾਜ ਬਾਗ ਵਿੱਚ ਪਹੁੰਚਦੇ ਹਨ, ਆਪਣੇ ਪਾਵਨ ਨੇਤਰਾਂ ਦੇ ਨਾਲ ਉੱਥੋਂ ਦਾ ਜੋ ਨਜ਼ਾਰਾ ਹੈ ਉਹ ਇਉਂ ਵੇਖ ਰਹੇ ਹਨ। ਆਰੂ ਅਮਰੂਦ ਅਨਾਰਾ। ਬਹੁਤ ਸਾਰੇ ਵਿਸ਼ੇਸ਼ ਕਿਸਮਾਂ ਦੇ ਫਲਦਾਰ ਪੌਦੇ ਜੋ ਕਿ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੇ ਉਸ ਬਾਗ ਵਿੱਚ ਲਗਵਾਏ ਸਨ, ਕਿਉਂਕਿ ਮਹਾਰਾਜ ਜੀ ਦਾ ਬੜਾ ਪਿਆਰ ਹੈ ਪ੍ਰਕਿਰਤੀ ਦੇ ਨਾਲ। ਮਹਾਰਾਜ ਨੇ ਬਹੁਤ ਐਸੇ ਬਾਗ ਜਿਹੜੇ ਹਨ ਉਹ ਆਪਣੇ ਜੀਵਨ ਵਿੱਚ ਵੱਖ-ਵੱਖ ਥਾਵਾਂ ਤੇ ਲਗਵਾਏ ਸਨ। ਫਲਦਾਰ ਪੌਦੇ ਮਹਾਰਾਜ ਜੀ ਨੇ ਬਾਗ ਵਿੱਚ ਲਗਵਾਏ, ਜਿਹਦੇ ਵਿੱਚ ਆੜੂ ਦੇ ਰੁੱਖ ਨੇ, ਅਮਰੂਦ ਦੇ ਰੁੱਖ ਨੇ, ਅਨਾਰ ਦੇ ਰੁੱਖ ਨੇ, ਹੋਰ ਵੀ ਵਿਸ਼ੇਸ਼ ਕਿਸਮਾਂ ਦੇ ਪੌਦੇ ਹਨ। ਖਰੇ ਰਸਾਲ ਵਿਸਾਲ ਉਚੇਰੇ। ਜੋ ਕਿ ਬੜੇ ਹੀ ਵਿਸ਼ੇਸ਼ ਪੱਤਿਆਂ ਦੇ ਨਾਲ ਭਰੇ ਹੋਏ, ਬੜੇ ਉੱਚੇ ਬਹੁਤ ਵੱਡੇ ਪੌਦੇ ਰੁੱਖ ਬਣੇ ਹੋਏ ਖੜੇ ਹਨ। ਫਲੇ ਫਾਲਸੇ ਫਲ ਬਹੁਤ ਤੇਰੇ। ਬਹੁਤ ਸਾਰੇ ਫਲਸਿਆਂ ਦੇ ਰੁੱਖ ਜਿਹੜੇ ਖੜੇ ਸਨ, ਜਿਨ੍ਹਾਂ ਦੇ ਉੱਪਰ ਬਹੁਤ ਫਲ ਲੱਗੇ ਹਨ, ਫਲਾਂ ਨਾਲ ਲੱਦੇ ਹੋਏ ਹਨ। ਬਦਰੀ ਤਰ ਕਦਲੀਨ ਬਗੀਚੇ। ਜਿਵੇਂ ਕਿ ਬੇਰੀਆਂ ਦੇ ਰੁੱਖ ਨੇ, ਇਸ ਬਗੀਚੇ ਦੇ ਵਿੱਚ ਕਦਲੀਨ ਕੇਲਿਆਂ ਆਦਿਕ ਦੇ ਪੌਦੇ ਨੇ ਜੋ ਕਿ ਫਲਾਂ ਦੇ ਨਾਲ ਭਰੇ ਹੋਏ ਹਨ। ਤੇ ਕੁਦਰਤੀ ਤੌਰ ਤੇ ਜਿਸ ਸਥਾਨ ਤੇ ਮਹਾਰਾਜ ਕੀ ਇਤਨੀ ਕਿਰਪਾ ਹੈ, ਉੱਥੇ ਤੇ ਫਲ ਲੱਗੇਗਾ ਹੀ ਗੁਰਮੁਖੋ। ਸੋ ਇਹ ਮਹਾਰਾਜ ਕੀ ਮੌਜ ਹੈ, ਜਿਹੜੇ ਜਿਤਨੇ ਵੀ ਪੌਦੇ ਲੱਗੇ ਹਨ ਫਲਾਂ ਨਾਲ ਵੀ ਭਰੇ ਹੋਏ ਹਨ। ਬਾਰ ਬਾਰੀ ਬਰ ਸਿੰਚੇ। ਬਾਰ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਜਿਹੜੇ ਇਹ ਪੌਦੇ ਲਵਾਏ ਹਨ ਬਾਗ ਦੇ ਅੰਦਰ, ਤੇ ਵਿਸ਼ੇਸ਼ ਤਰੀਕੇ ਦੇ ਨਾਲ ਜਿਹੜੇ ਮਾਲੀ ਸਿੱਖ ਇਹਨਾਂ ਨੂੰ ਸਾਂਭ ਰਹੇ ਸਨ, ਉਹ ਬਾਰ ਭਾਵ ਸਮੇਂ ਪਾਣੀ ਦੇ ਕਰਕੇ ਤੇ ਬੜੇ ਸੁਚੱਜੇ ਢੰਗ ਦੇ ਨਾਲ ਇਹਨਾਂ ਨੂੰ ਪਾਲਿਆ ਹੈ, ਜੋ ਇਹ ਇਤਨਾ ਫਲ ਨਾਲ ਲੱਦੇ ਹੋਏ ਹਨ। ਰਾਏ ਬੇਲ ਚੰਪਕ ਚੰਬੇਲੀ। ਕੁਝ ਵਿਸ਼ੇਸ਼ ਕਿਸਮ ਦੀਆਂ ਜਿਵੇਂ ਵੱਲਾਂ ਹੁੰਦੀਆਂ ਨੇ, ਰਾਏ ਬਰੇਲੀ, ਚੰਬੇਲੀ ਆਦਿਕ ਜਿਹੜੇ ਫੁੱਲ ਹਨ, ਇਹ ਪੌਦੇ ਵੀ ਲੱਗੇ ਹੋਏ ਹਨ। ਫੈਲੀ ਮਹਿਕਤ ਗੰਧ ਸੁਹੇਲੀ। ਜਿਹੜੇ ਕਿ ਦੂਰ ਤੱਕ ਫੈਲ ਰਹੀਆਂ ਹਨ ਉਸ ਬਾਗ ਦੇ ਅੰਦਰ। ਬਹੁਤ ਸੁਹਾਵਣਾ ਦ੍ਰਿਸ਼ ਹੈ, ਤੇ ਨਾਲ ਹੀ ਜਿਹੜੇ ਫੁੱਲ ਖਿੜੇ ਹਨ ਉਹਨਾਂ ਦੀ ਜੋ ਮਹਿਕ ਹੈ ਉਹ ਵੀ ਬਹੁਤ ਦਿਲ ਖਿੱਚਵੀਂ ਮਹਿਕ ਹੈ। ਭਾਵ ਵਿੱਚ ਜਾਂਦਿਆਂ ਹੀ ਮਨੁੱਖ ਦੇ ਅੰਦਰ ਇੱਕ ਡੂੰਘਾ ਅਸਰ ਇਸ ਦੇ ਮਨ ਤੇ ਪੈਂਦਾ ਹੈ ਜੀ। ਖਿਰਿਓ ਕੇਵਰਾ ਹਾਰ ਸ਼ਿੰਗਾਰ। ਹਾਰ ਸ਼ਿੰਗਾਰ ਹੋ ਗਿਆ, ਕੇਵੜਾ, ਗੁਲਾਬ ਆਦਿਕ ਦੇ ਫੁੱਲ ਜਿਹੜੇ ਹਨ ਇਹ ਸਭ ਫੁੱਲ ਖਿੜੇ ਹੋਏ ਸਨ। ਸੇਵ ਮਾਲਤੀ ਗਨ ਗੁਲਜ਼ਾਰ। ਇਹ ਸਾਰੇ ਦੇ ਸਾਰੇ ਪੌਦਿਆਂ ਦੇ ਨਾਮ ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਲਿਖੇ ਹਨ ਕਿ ਇੱਕ ਸੁੰਦਰ ਗੁਲਜ਼ਾਰ ਦੇ ਰੂਪ ਦੇ ਅੰਦਰ ਬੇਅੰਤ ਫੁੱਲਾਂ ਵਾਲੇ ਜਿਹੜੇ ਪੌਦੇ ਹਨ, ਫਲਾਂ ਵਾਲੇ ਜਿਹੜੇ ਪੌਦੇ ਹਨ, ਉਸ ਬਾਗ ਦੇ ਅੰਦਰ ਲੱਗੇ ਹੋਏ ਹਨ ਤੇ ਅਤੀ ਮਨਮੋਹਕ ਦ੍ਰਿਸ਼ ਹੈ ਜੀ। ਗੇਂਦਾ ਕਲਗਾ ਬ੍ਰਿੰਦ ਬਦੂਪ। ਗੇਂਦੇ ਦਾ ਫੁੱਲ, ਕਲਗੇ, ਹੋਰ ਬਹੁਤ ਸਾਰੇ ਬ੍ਰਿੰਦ ਤੋਂ ਭਾਵ ਕਈ ਤਰ੍ਹਾਂ ਦੇ ਵੰਨ ਸੁਵੰਨੇ ਫੁੱਲ ਹਨ। ਖਿਰਨੀ ਜਾਮਨ ਖਰੀ ਅਨੂਪ। ਜਾਮਨ ਆਦਿਕ ਦੇ ਪੌਦੇ ਜਾਂ ਹੋਰ ਬਹੁਤ ਐਸੇ ਫਲ ਜਿਹੜੇ ਕਿ ਰੁੱਖਾਂ ਦੇ ਉੱਪਰ ਬਹੁਤ ਲੱਗੇ ਹੋਏ ਸਨ। ਨਿੰਬੂ ਨੌਰੰਗੀ ਅੰਗੂਰ। ਨਿੰਬੂਆਂ ਦੇ ਪੌਦੇ, ਅੰਗੂਰਾਂ ਦੇ ਪੌਦੇ, ਨੌਰੰਗੀ, ਹੋਰ ਕਈ ਤਰ੍ਹਾਂ ਦੇ ਪੌਦੇ ਜਿਹੜੇ ਹਨ ਉਸ ਬਾਗ ਵਿੱਚ ਵੇਖਣ ਨੂੰ ਮਿਲਦੇ ਹਨ। ਸੰਗਤਰੇ ਸੁੰਦਰ ਰਸ ਭੂਰ। ਰਸਦਾਰ ਫਲ ਜਿਹੜੇ ਹਨ ਉਹ ਵੀ ਮਹਾਰਾਜ ਕੀ ਕਿਰਪਾ ਸਹਿਤ ਉਸ ਬਾਗ ਵਿੱਚ ਫੁੱਲ ਪੌਦੇ ਲਗਵਾਏ ਗਏ ਹਨ, ਕਿਉਂਕਿ ਮਹਾਰਾਜ ਕੀ ਮੌਜ ਸੀ। ਮਹਾਰਾਜ ਕਹਿੰਦੇ ਹੁੰਦੇ ਸਨ ਗੁਰੂ ਹਰਿ ਸਾਹਿਬ ਜੀ, ਕੋਈ ਐਸਾ ਪੌਦਾ ਨਾ ਹੋਵੇ ਜਿਹੜਾ ਸਾਡੇ ਬਾਗ ਵਿੱਚ ਨਾ ਹੋਵੇ, ਹਰ ਤਰ੍ਹਾਂ ਦਾ ਪੌਦਾ ਸਾਡੇ ਇਸ ਬਾਗ ਵਿੱਚ ਹੋਣਾ ਚਾਹੀਦਾ। ਸੋ ਮਹਾਰਾਜ ਜੀ ਕੇ ਹੁਕਮਾਂ ਸਹਿਤ ਗੁਰੂ ਪਿਆਰ ਵਾਲੇ ਸਿੱਖ ਫਿਰ ਉਸ ਬਾਗ ਵਿੱਚ ਉਹ ਪੌਦੇ ਲਾਉਂਦੇ ਸਨ। ਭਾਵੇਂ ਕਿ ਮਹਾਰਾਜ ਗੁਰੂ ਹਰਿ ਸਾਹਿਬ ਜੀ ਸਰੀਰ ਤਿਆਗ ਗਿਆ, ਜੋਤੀ ਜੋਤ ਸਮਾ ਗਏ, ਲੇਕਿਨ ਗੁਰਸਿੱਖਾਂ ਨੇ ਗੁਰੂ ਕਾ ਬਾਗ ਜਾਣ ਕਰਕੇ ਉਹ ਸੇਵਾ ਉਸੇ ਤਰ੍ਹਾਂ ਸਾਂਭ ਕੇ ਰੱਖੀ ਤੇ ਕਰਦੇ ਰਹੇ। ਹੁਣ ਸਮਾਂ ਬਣਿਆ, ਦਸਵੇਂ ਨਾਨਕ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਆਏ ਹਨ ਤੇ ਉਹ ਆਪ ਉਸ ਬਾਗ ਦੇ ਵਿੱਚ ਉਸੇ ਤਰ੍ਹਾਂ ਜਾ ਕਰਕੇ, ਜਿਵੇਂ ਸਤਵੇਂ ਜਾਮੇ ਵਿੱਚ ਜਾ ਕਰਕੇ ਵੇਖਿਆ ਕਰਦੇ ਸਨ, ਸਾਰੇ ਦ੍ਰਿਸ਼ ਨਿਹਾਰਦੇ ਸਨ ਤੇ ਆਪਣੇ ਮੁਖ ਤੋਂ ਬਖਸ਼ਿਸ਼ਾਂ ਦਿੰਦੇ ਸਨ।
ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵੀ ਇਸੇ ਤਰ੍ਹਾਂ ਹੀ ਇਹ ਸਭ ਕੁਝ ਆਪਣਿਆਂ ਨੇਤਰਾਂ ਨਾਲ ਨਿਹਾਰ ਰਹੇ ਹਨ, ਵੇਖ ਰਹੇ ਹਨ ਕਿ ਬਹੁਤ ਸੁੰਦਰ ਪੌਦੇ, ਬੜੇ ਸੁੰਦਰ ਫਲਦਾਰ ਫਲ, ਫੁੱਲਾਂ ਵੇਲਾਂ ਆਦਿ ਕੇ ਇਸ ਬਾਗ ਦੀ ਸ਼ੋਭਾ ਹਨ। ਕਠਲ ਬਡਲ ਬਟ ਪੀਪਰ ਖਰੇ। ਕੁਝ ਪੁਰਾਤਨ ਪੌਦੇ ਜਿਵੇਂ ਪਿੱਪਲ ਦਾ ਰੁੱਖ, ਕਠਲ ਦਾ ਰੁੱਖ, ਕਿੱਕਰ ਦਾ ਰੁੱਖ ਆਦਿ ਇਦਾਂ ਦੇ ਕੁਝ ਵੱਡੇ ਰੁੱਖ ਵੀ ਹਨ। ਪੰਕਤ ਕਰੀ ਸੁਹਾਵਤ ਖਰੇ। ਬਹੁਤ ਖਿੜੇ ਹੋਏ ਬਹੁਤ ਵੱਡੇ ਵਿਸ਼ਾਲ ਰੁੱਖ ਹਨ ਜਿਨ੍ਹਾਂ ਦੇ ਉੱਪਰ ਵੱਡੀ ਹਰਿਆਲੀ ਹੈ, ਬਹੁਤ ਸੋਹਣੇ ਲੱਗ ਰਹੇ ਹਨ। ਰਚੇਸ ਡੰਡਲ ਰੋਸ ਵਿਸਾਲਾ। ਇਸ ਵਿੱਚ ਬੜੇ ਬੜੇ ਜਿਹੜੇ ਮਾਰਗ ਵੀ ਬਣੇ ਹਨ ਉਸ ਬਾਗ ਦੇ ਅੰਦਰ। ਰਸੇ ਸਕੰਡਰ ਰੋਸ ਵਿਸਾਲਾ, ਕਿਉਂਕਿ ਜਦੋਂ ਉਹ ਇੱਕ ਵੱਡਾ ਬਾਗ ਹੈ ਤੇ ਜਦੋਂ ਕੋਈ ਵੇਖਣ ਵਾਲਾ ਉਹਦੇ ਵਿੱਚੋਂ ਲੰਘਦਾ ਹੈ ਤੇ ਉਹਦੇ ਲਈ ਵਿਸ਼ੇਸ਼ ਰਸਤੇ ਬਣਵਾਏ ਹਨ। ਨਿਰਮਲ ਨੀਰ ਸਬਨ ਮਹਿ ਚਾਲਾ। ਤੇ ਵੱਡੇ ਵੱਡੇ ਨਾਲੇ ਬਣੇ ਹੋਏ ਹਨ ਜਿਨ੍ਹਾਂ ਦੇ ਅੰਦਰ ਨਿਰਮਲ ਨੀਰ ਚੱਲਦਾ ਹੈ। ਭਾਵ ਇਸ ਬਾਗ ਦੀ ਸੁਚੱਜੀ ਸੰਭਾਲ ਕਰਨ ਦੇ ਲਈ ਸਮੇਂ-ਸਮੇਂ ਹਰ ਇੱਕ ਫੁੱਲ ਤੱਕ, ਹਰ ਇੱਕ ਪੌਦੇ ਤੱਕ ਪਾਣੀ ਦੇਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਹੁਕਮ ਕਰਕੇ ਵੱਡੇ ਖਾਲ ਬਣਵਾ ਕਰਕੇ, ਨਾਲੇ ਬਣਵਾ ਕਰਕੇ ਪਾਣੀ ਦਾ ਇੰਤਜ਼ਾਮ ਵੀ ਬਹੁਤ ਸੋਹਣੇ ਢੰਗ ਨਾਲ ਕਰਵਾਇਆ ਹੈ। ਵਿਚਰਤ ਸਤਿਗੁਰ ਨਰ ਸਮੁਦਾਏ। ਅੱਜ ਸਤਿਗੁਰੂ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਇਸ ਬਾਗ ਵਿੱਚ ਵਿਚਰ ਰਹੇ ਹਨ ਤੇ ਹੋਰ ਵੀ ਬਹੁਤ ਸਾਰੇ ਪਿਆਰ ਵਾਲੇ ਸਿੱਖ ਨਰ ਸਮੁਦਾਏ ਜੋ ਮਹਾਰਾਜ ਜੀ ਕੇ ਸੰਗ ਇੱਥੇ ਪਹੁੰਚੇ ਹਨ। ਮਾਲੀ ਰਚ ਡਾਲੀ ਕੋ ਲਿਆਏ। ਮਾਲੀ ਰਚ ਡਾਲੀ ਕੋ ਲਿਆਏ। ਫਿਰ ਮਹਾਰਾਜ ਜਿਸ ਵਕਤ ਇਸ ਬਾਗ ਵਿੱਚ ਆਏ ਹਨ, ਜਿਹੜੇ ਇਸ ਬਾਗ ਦੇ ਮਾਲੀ ਹਨ ਉਹ ਨਾਲ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਦਰਸ਼ਨ ਕਰਵਾਉਂਦੇ ਹਨ। ਬੇਅੰਤ ਤਰ੍ਹਾਂ ਦੇ ਨਜ਼ਾਰੇ ਮਹਾਰਾਜ ਜੀਆਂ ਨੂੰ ਮਾਲੀਆਂ ਨੇ ਅੱਗੇ ਹੋ ਕਰਕੇ ਇਸ ਬਾਗ ਦੇ ਦਿਖਾਏ ਹਨ। ਮਹਾਰਾਜ ਵੀ ਬਹੁਤ ਪ੍ਰਸੰਨ ਹਨ, ਕਿਉਂਕਿ 7ਵੇਂ ਜਾਮੇ ਵਿੱਚ ਇਉਂ ਕਹਿ ਲਈਏ ਬਾਗ ਲਗਵਾਇਆ ਵੀ ਆਪ ਹੈ ਤੇ 10ਵੇਂ ਜਾਮੇ ਵਿੱਚ ਨਿਹਾਰ ਵੀ ਆਪ ਰਹੇ ਹਨ। ਤੇ ਮਹਾਰਾਜ ਬਹੁਤ ਪ੍ਰੇਮੀ ਸਨ ਕੁਦਰਤ ਦੇ, ਕਾਦਰ ਨੂੰ ਵੀ ਵੇਖਦੇ ਨੇ ਤੇ ਕੁਦਰਤ ਦੇ ਨਜ਼ਾਰਿਆਂ ਵਿੱਚੋਂ। ਸੋ ਇਸ ਵਿਧ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਕੀਰਤਪੁਰ ਦੀ ਧਰਤੀ ਤੇ ਰੁਕ ਕਰਕੇ ਉਹਨਾਂ ਪਵਿੱਤਰ ਸਥਾਨਾਂ ਦੇ ਦਰਸ਼ਨ ਪਾਏ ਹਨ ਜੋ ਵੱਡੇ ਗੁਰੂ ਪਿਤਾਮਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੇ ਹਨ, ਗੁਰੂ ਹਰਿਰਾਏ ਸਾਹਿਬ ਜੀ ਕੇ ਹਨ, ਪਿਤਾ ਗੁਰੂ ਤੇਗ ਬਹਾਦਰ ਜੀ ਕੀ ਜਿਹੜੀਆਂ ਬਖਸ਼ਿਸ਼ਾਂ ਹਨ। ਜਿਵੇਂ ਦਰਸ਼ਨ ਕਰਦੇ ਹਨ ਉਸ ਤੋਂ ਉਪਰੰਤ ਫਿਰ ਮਹਾਰਾਜ ਜੀ ਪਰਿਵਾਰ ਸਹਿਤ ਇਸ ਸਥਾਨ ਤੋਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਦੇ ਹਨ। ਉਹ ਸਾਰਾ ਬਿਰਤਾਂਤ ਅੱਗੇ ਸਾਖੀ ਵਿੱਚ ਦਰਜ ਹੈ, ਯਤਨ ਕਰਾਂਗੇ ਇਹਨਾਂ ਦੇ ਸਮਿਆਂ ਦੇ ਅੰਦਰ ਇਹਨਾਂ ਦੀਵਾਨਾਂ ਵਿੱਚ ਆਪ ਸੰਗਤਾਂ ਦੇ ਨਾਲ ਸਾਂਝੀਆਂ ਕਰਨ ਦਾ ਜਿਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਸਾਖੀਆਂ ਨੂੰ ਵਾਚਦਿਆਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਟੁੱਟੀਆਂ ਰਹਿੰਦੀਆਂ ਹਨ, ਅਣਜਾਣ ਸਮਝ ਕਰ ਖਿਮਾ ਕਰਨੀਆਂ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਇੱਥੇ ਹੀ ਸਮਾਪਤੀ ਹੈ ਜੀ। ਵਿਚਰਤ ਸਤਿਗੁਰ ਨਰ ਸਮੁਦਾਏ। ਮਾਲੀ ਰਚ ਡਾਲੀ ਕੋ ਲਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।